ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਜ਼ੁਬਾਨ ਦੀ ਜਾਂ ਕਿਰਦਾਰ ਦੀ ਕੋਈ ਓਡੀ ਹੈ ਗੱਲਬਾਤ ਜਿੰਨੀ ਪਹਿਲੇ ਸਮਿਆਂ ਦੇ ਵਿੱਚ ਹੁੰਦੀ ਸੀ? ਹੁਣ ਮੈਨੂੰ ਤਾਂ ਜ਼ੁਬਾਨ ਨਾਲੋਂ ਜ਼ਿਆਦਾ ਨਾ ਪਹਿਰਾਵੇ ਦਾ ਪ੍ਰਭਾਵ ਕਬੂਲਣ ਲੱਗ ਗਏ ਲੋਕ। ਆਪਣੇ ਮਦਰ ਹੁਣੀ ਵੀ ਆਪਾਂ ਨੂੰ ਹੁਣ ਤੱਕ ਇਹੀ ਚੀਜ਼ਾਂ ਸਿਖਾਉਂਦੇ ਆਏ ਨੇਗੇ ਕਿ ਉਨੀ ਗੱਲ ਹੀ ਜ਼ੁਬਾਨ ਤੋਂ ਕਰੋ ਜਿੰਨੀ ਕਿ ਤੁਸੀਂ ਪੁਗਾ ਸਕਦੇ ਹੋ। ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਚਹਿਰੀ 'ਚ ਜਾ ਕੇ ਕਿਸੇ ਨੂੰ ਕਾਗਜ਼ ਨਹੀਂ ਸੀ ਬਣਾਉਣੇ ਪੈਂਦੇ, ਲੋਕ ਜ਼ੁਬਾਨ ਦਿੰਦੇ ਹੁੰਦੇ ਸੀ। ਅੱਜ ਮਤਲਬ ਇੰਨੀ ਬੇਭਰੋਸਗੀ ਹੋ ਗਈ ਆਪਾਂ ਨੂੰ ਇੱਕ ਦੂਜੇ ਦੇ ਉੱਪਰ ਵੀ ਆਪਾਂ ਕਿਸੇ ਦਾ ਇੰਨਾ ਕਿਹਾ ਤੇ ਵੀ ਇਤਬਾਰ ਨਹੀਂ ਕਰ ਸਕਦੇ, ਹੈ ਨਾ? ਸਹੀ ਗੱਲ ਆ। ਲੋਕੀ ਕਹਿ ਦਿੰਦੇ ਨੇ ਕਾਗਜ਼ ਕਰਾ ਲਓ ਭਾਈ, ਇਹਦਾ ਕੀ ਪਤਾ, ਇਹ ਤਾਂ ਸ਼ਾਮ ਨੂੰ ਮੁੱਕਰ ਜੂ। ਫੜਾਂ ਵਾਲੇ ਨੂੰ ਅੱਜ ਕੱਲ੍ਹ ਜ਼ਿਆਦਾ ਵੱਡਾ ਸਮਝਦੇ ਨੇ ਲੋਕ, ਵੀ ਜਿਹੜਾ ਜਿੰਨਾ ਚਿਰ 5-7 ਫੜਾਂ ਮਾਰ ਕੇ ਨਾ ਉੱਠੇ ਤਾਂ ਲੋਕਾਂ ਨੂੰ ਲੱਗਦਾ ਵੀ ਅਸਲ ਤਾਂ ਇਹ ਆ ਨਾ। ਨਹੀਂ, ਅਸਲ 'ਚ ਫੜ ਮਾਰਨ ਵਾਲੇ ਨੂੰ ਵੀ ਇਹੀ ਵਹਿਮ ਹੁੰਦਾ ਵੀ ਸ਼ਾਇਦ ਸਾਹਮਣੇ ਵਾਲਾ ਬੰਦਾ ਬੇਵਕੂਫ ਹੀ ਆ। ਸੁਨਿਆਰਿਆਂ ਨਾਲ, ਹੈ ਨਾ, ਜਾਂ ਫਿਰ ਆਪਣੇ ਜਿਨ੍ਹਾਂ ਤੋਂ ਆਪਾਂ ਸੌਦਾ ਪੱਤਾ ਚੱਕਦੇ ਸੀ ਉਹਨਾਂ ਦੇ ਨਾਲ ਸਾਡੀ 30-30 ਸਾਲਾਂ ਦੀ ਸਾਂਝ ਹੁੰਦੀ ਸੀਗੀ। ਬਿਲਕੁਲ। ਔਰ ਹੁਣ ਦੇਖੋ ਉਹਨਾਂ ਦੁਕਾਨਾਂ ਦੇ ਬਾਹਰ ਹੀ ਲਿਖਿਆ ਹੁੰਦਾ ਵੀ ਉਧਾਰ ਬਣਦਾ, ਕਿਉਂਕਿ ਇਹ ਨਹੀਂ ਵੀ ਵਪਾਰੀ ਘਾਟੇ ਚਾਹੇ ਹੁੰਦਾ ਵੀ ਅਗਲੇ ਦਾ ਕੀ ਪਤਾ ਕੱਲ੍ਹ ਨੂੰ ਮੁੱਕਰ ਜੇ, ਮੈਂ ਤਾਂ ਸੌਦਾ ਲੈ ਕੇ ਹੀ ਨਹੀਂ ਗਿਆ। ਮੈਨੂੰ ਲੱਗਦਾ ਹੁੰਦਾ ਕਿ ਸਰਦਾਰ ਲੋਕ ਉਹ ਹੁੰਦੇ ਨੇ ਜਿਹੜੇ ਕਿ ਈਮਾਨ ਦੇ, ਆਪਣੀ ਜ਼ੁਬਾਨ ਦੇ, ਆਪਣੇ ਕਿਰਦਾਰ ਦੇ ਵੱਡੇ ਹੁੰਦੇ ਨੇਗੇ, ਹੈ ਨਾ? ਤੇ ਕਈ ਇਹੋ ਜਿਹੇ ਵੀ ਹੁੰਦੇ ਆ ਵੀ ਇੱਕਦਮ ਮਤਲਬ ਤੁਹਾਡੇ ਇੰਨੇ ਆਪਣੇ ਹੋ ਜਾਂਦੇ ਆ ਤੇ ਐਡੇ ਐਡੇ ਵਾਅਦੇ ਕਰ ਲੈਣਗੇ ਤੁਹਾਡੇ ਨਾਲ, ਤੇ ਬਾਅਦ ਚੋਂ ਜਦੋਂ ਮੁੱਕਰਦੇ ਤੁਹਾਨੂੰ ਲੱਗਦਾ ਹੁੰਦਾ ਵੀ ਇਹਦੇ ਤੇ ਤਾਂ ਚਾਹ ਦਾ ਕੱਪ ਵੀ ਹਰਾਮ ਹੀ ਕੀਤਾ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਵੀ ਸੋਸ਼ਲ 'ਤੇ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦਿਨ ਐਤਵਾਰ ਹੈ ਅਤੇ ਇੱਕ ਵਾਰ ਫਿਰ ਤੋਂ ਅਸੀਂ ਲੈ ਕੇ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਗੱਲ ਤੇ ਗੱਲ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜ਼ੁਬਾਨ ਦੀ। ਜ਼ੁਬਾਨ ਦਾ ਮਤਲਬ ਕਿ ਇਹ ਹੁੰਦਾ ਸੀਗਾ ਕਿ ਅੱਗੇ ਲੋਕੀ ਮਤਲਬ ਕਿ ਮੂੰਹ ਜ਼ੁਬਾਨੀ ਬਹੁਤ ਸਾਰੀਆਂ ਚੀਜ਼ਾਂ ਕਰ ਲੈਂਦੇ ਹੁੰਦੇ ਸੀ, ਬਹੁਤ ਸਾਰੇ ਰਿਸ਼ਤੇ ਬਣ ਜਾਂਦੇ ਹੁੰਦੇ ਸੀ, ਬਹੁਤ ਸਾਰੇ ਬਿਜ਼ਨਸ ਜ਼ੁਬਾਨ ਦੇ ਸਿਰ 'ਤੇ ਖੜੇ ਹੋ ਜਾਂਦੇ ਸੀਗੇ। ਇੱਕ ਸ਼ੇਰ ਆਪਾਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ ਜਾਂ ਸੁਣਦੇ ਆ ਰਹੇ ਹਾਂ ਕਿ ਪਿਆਰ ਤੇ ਵਫਾ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਘਰ ਕੱਚੇ ਸੀ ਅਤੇ ਰਿਸ਼ਤੇ ਪੱਕੇ ਸੀ। ਸੋ ਅੱਜ ਕੱਲ੍ਹ ਬਹੁਤ ਸਾਰੇ ਰਿਸ਼ਤੇ, ਬਹੁਤ ਸਾਰੇ ਤਕਰਾਰ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਲੋਕ ਜ਼ੁਬਾਨ ਦੇ ਪੱਕੇ ਨਹੀਂ ਰਹੇ। ਸੋ ਅੱਜ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਨੇ, ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਵਧੀਆ, ਤੁਸੀਂ ਸੁਣਾਓ? ਵਧੀਆ, ਠੀਕ ਠਾਕ। ਤੁਸੀਂ ਫੱਬਦੇ ਪਏ ਹੋ ਅੱਜ। ਥੈਂਕ ਯੂ ਭੈਣੇ। ਮੇਰੀ ਇਸ ਕਈ ਜ਼ੁਬਾਨ ਦੀ ਕਦਰ ਕਰਿਆ ਕਰੋ ਵੀ ਤੁਸੀਂ ਬਹੁਤ ਫੱਬਦੇ ਹੋ। ਹਾਂ, ਇਸ ਲਈ ਮੈਂ ਹਰ ਐਪੀਸੋਡ 'ਚ ਥੋੜ੍ਹਾ ਜਿਹਾ ਕੁਛ ਮਤਲਬ ਵਧੀਆ ਕਰਨ ਦੀ ਕੋਸ਼ਿਸ਼ ਕਰ ਦਿੰਦੀ ਹਾਂ ਵੀ ਭੈਣ ਕਹਿੰਦੀ ਹੁੰਦੀ ਆ ਵੀ ਇਸ ਵਾਰ ਵੀ ਕਹੂਗੀ। ਬਿਲਕੁਲ ਬਿਲਕੁਲ। ਸੋ ਥੈਂਕ ਯੂ ਭੈਣੇ, ਤੇ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਹੋ। ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਜ਼ੁਬਾਨ ਦੀ ਜਾਂ ਕਿਰਦਾਰ ਦੀ ਕੋਈ ਓਡੀ ਹੈ ਗੱਲਬਾਤ ਜਿੰਨੀ ਪਹਿਲੇ ਸਮਿਆਂ ਦੇ ਵਿੱਚ ਹੁੰਦੀ ਸੀ? ਪਹਿਲਾਂ ਇਹ ਹੁੰਦਾ ਸੀਗਾ ਵੀ ਜ਼ੁਬਾਨ ਦੇਤੀ ਹੁਣ ਨਹੀਂ ਮੁੱਕਰ ਸਕਦੇ। ਮਤਲਬ ਜ਼ੁਬਾਨ ਹੁੰਦੀ ਸੀ, ਉਹ ਬੰਦੇ ਨੂੰ ਲੱਗਦਾ ਹੁੰਦਾ ਸੀ ਕਿ ਇਹ ਤਾਂ ਮੇਰੀ ਅਣਖ ਵਾਲੀ ਗੱਲ ਹੋ ਗਈ ਆ, ਹੁਣ ਤਾਂ ਮੈਂ ਜ਼ੁਬਾਨ ਦਿੱਤੀ, ਜ਼ੁਬਾਨ ਕਰਤੀ ਵੀ, ਚਾਹੇ ਉਹ ਕਿਸੇ ਦੇ ਨਾਲ ਰਿਸ਼ਤਾ ਜੋੜਨ ਦੀ ਗੱਲ ਹੁੰਦੀ ਸੀ ਜਾਂ ਕੋਈ ਕਿਸੇ ਦੇ ਨਾਲ ਕੋਈ ਆਪਣੇ ਨਿੱਜੀ ਵਪਾਰ ਦੀ ਗੱਲ ਹੋ ਗਈ, ਹੈ ਨਾ? ਤਾਂ ਬੰਦੇ ਨੂੰ ਹੁੰਦਾ ਸੀਗਾ ਕਿ ਨਹੀਂ, ਮੈਂ ਕਹਿਤਾ ਤਾਂ ਇਹ ਚੀਜ਼ ਹੋਊਗੀ ਹੀ ਹੋਊਗੀ, ਹੈ ਨਾ? ਸੋ ਅੱਜ ਕੱਲ੍ਹ ਤੁਹਾਨੂੰ ਕਿਤੇ ਕੋਈ ਇੱਦਾਂ ਦੀ ਉਦਾਹਰਣ ਦੇਖਣ ਨੂੰ ਮਿਲਦੀ ਆ? ਗੁਰਦੀਪ, ਇਹਦੇ ਨਾਲੋਂ ਜ਼ਿਆਦਾ ਦੂਜੀਆਂ ਉਲਟੀਆਂ ਉਦਾਹਰਨਾਂ ਬਹੁਤ ਨੇ, ਹੈ ਨਾ, ਹੁਣ ਦੇ ਵਕਤ ਦੇ ਵਿੱਚ। ਹੁਣ ਤਾਂ ਤੁਸੀਂ ਦੇਖੋ ਵੀ ਲੋਕ ਨਾ ਆਮ ਹੀ ਕਹਿਣ ਲੱਗ ਗਏ ਵੀ ਅਣਖ ਤੇ ਗੈਰਤ ਆ ਜਿਹੜੀ ਫੋਕੀਆਂ ਚੀਜ਼ਾਂ ਹੁੰਦੀਆਂ ਨੇ, ਵੀ ਇਹ ਮਤਲਬ ਲੋਕ ਕਹਿੰਦੇ ਨੇ ਵੀ ਇਹ ਅਲਾਮਤਾਂ ਉਹਨਾਂ ਲੋਕਾਂ ਨੂੰ ਨੇ ਜਿਨ੍ਹਾਂ ਨੂੰ ਜ਼ਿੰਦਗੀ 'ਚ ਕੁਛ ਕਰਨ ਲਈ ਨਹੀਂ ਹੈਗਾ, ਜਿਨ੍ਹਾਂ ਕੋਲੇ, ਹੈ ਨਾ। ਪਰ ਜਿਹੜੀ ਗੱਲ ਹੈ ਵੀ ਜ਼ੁਬਾਨ ਦੀ, ਸੱਚੀ ਮੈਂ ਮਤਲਬ ਹਰ ਵਾਰ ਆਪਣੇ ਜਿਹੜੇ ਜੋ ਆਪਾਂ ਨੂੰ ਦਰਸ਼ਕ ਦੇਖਦੇ ਨੇ ਉਹ ਕਹਿੰਦੇ ਹੋਣਗੇ ਵੀ ਆਪਾਂ ਬਹੁਤ ਸਾਰੀਆਂ ਗੱਲਾਂ ਆਪਣੀਆਂ ਹੀ ਕਰਦੇ ਰਹਿੰਦੇ ਹਾਂ, ਹੈ ਨਾ। ਤਾਂ ਮੈਂ ਜਗਬਾਣੀ 'ਤੇ ਇੱਕ ਆਰਟੀਕਲ ਲਿਖਿਆ ਸੀਗਾ ਇਸੇ ਚੀਜ਼ 'ਤੇ ਵੀ, ਉਹ ਵੇਲੇ ਜਦੋਂ ਲੋਕ ਜ਼ੁਬਾਨ ਅਤੇ ਕਿਰਦਾਰ ਦੇ ਪੱਕੇ ਹੁੰਦੇ ਸੀ, ਹੈ ਨਾ। ਤਾਂ ਉਹਦੇ 'ਚ ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਮੈਂ ਲਿਖੀਆਂ ਸੀ ਜਿਹੜੀਆਂ ਮੈਂ ਆਪਣੇ ਪਰਿਵਾਰਾਂ 'ਚੋਂ ਸੁਣੀਆਂ ਹੋਈਆਂ ਸੀਗੀਆਂ ਜਾਂ ਫਿਰ ਆਪਣੇ ਆਲੇ ਦੁਆਲੇ ਦੇਖੀਆਂ ਹੋਈਆਂ ਸੀਗੀਆਂ। ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਚਹਿਰੀ 'ਚ ਜਾ ਕੇ ਕਿਸੇ ਨੂੰ ਕਾਗਜ਼ ਨਹੀਂ ਸੀ ਬਣਾਉਣੇ ਪੈਂਦੇ, ਲੋਕ ਜ਼ੁਬਾਨ ਦਿੰਦੇ ਹੁੰਦੇ ਸੀ, ਹੈ ਨਾ। ਚਾਹੇ ਉਹ ਕਿਸੇ ਰਿਸ਼ਤੇ ਲਈ ਆ, ਚਾਹੇ ਤੁਸੀਂ ਜਿਵੇਂ ਕਿਹਾ ਕਿਸੇ ਕਾਰੋਬਾਰ ਲਈ ਆ, ਵੀ ਲੋਕ ਕਹਿੰਦੇ ਹੁੰਦੇ ਸੀ ਵੀ ਲੈ ਮੈਂ ਤੇਰੇ ਨਾਲ ਇਹ ਜ਼ੁਬਾਨ ਕਰ ਲਈ ਤੇ ਹੁਣ ਮੈਂ ਮੁੱਕਰਦਾ ਨਹੀਂ। ਕਿੰਨੀਆਂ ਪੀੜ੍ਹੀਆਂ ਤੱਕ ਜ਼ਮੀਨਾਂ ਦਾ ਸਾਂਝਾ ਮਸ਼ਤਰਕਾ ਖਾਤਾ ਹੀ ਚੱਲਦਾ ਆਉਂਦਾ ਸੀਗਾ ਕਿਉਂਕਿ ਉਹਨਾਂ ਦੀਆਂ ਜ਼ੁਬਾਨਾਂ ਪੱਕੀਆਂ ਸੀਗੀਆਂ। ਬਿਲਕੁਲ। ਤੇ ਰਿਸ਼ਤੇ ਇਹੋ ਜਿਹੇ ਹੋ ਜਾਂਦੇ ਹੁੰਦੇ ਸੀ ਪਰਿਵਾਰਾਂ ਦੇ ਵਿੱਚ, ਜਿਵੇਂ ਸਾਡੇ ਪਰਿਵਾਰ 'ਚ ਮੈਂ ਤੁਹਾਨੂੰ ਦੱਸਦੀ ਹਾਂ ਵੀ ਕਿਹੋ ਜਿਹਾ ਰਿਸ਼ਤਾ ਹੋਇਆ ਸੀ ਨਾ, ਜਿੱਥੇ
ਮਤਲਬ ਮੁੰਡੇ ਨੂੰ ਕੁੜੀ ਪਸੰਦ ਵੀ ਨਹੀਂ ਸੀਗੀ। ਤੇ ਜਦੋਂ ਉਹ ਰਿਸ਼ਤਾ ਹੋਇਆ ਉਹਨਾਂ ਦੇ ਫਾਦਰ ਸਾਹਿਬ ਦੇ ਕਹਿਣ ਤੇ ਉਸ ਤੋਂ ਬਾਅਦ ਉਹ ਰਿਸ਼ਤਾ ਇੰਨਾ ਸੋਹਣਾ ਨਿਭਿਆ ਵੀ ਉਹ ਹੁਣ ਤੱਕ ਨਿਭਦਾ ਹੈ ਨਾ। ਹੁਣ ਤੱਕ ਸਾਰੇ ਉਸ ਰਿਸ਼ਤੇ ਦੀਆਂ ਉਦਾਹਰਨਾਂ ਦਿੰਦੇ ਆ। ਤੇ ਇੱਦਾਂ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਨੂੰ ਅੱਜ ਵੀ ਸੁਣਨ ਨੂੰ ਮਿਲ ਜਾਂਦੇ ਨੇ ਵੀ ਉਹਨਾਂ ਨੇ ਜ਼ੁਬਾਨ ਦਿੱਤੀ ਸੀਗੀ, ਫਲਾਣੇ ਨੇ ਜ਼ੁਬਾਨ ਦਿੱਤੀ, ਹਲੇ ਉਹ ਨਹੀਂ ਮੁੱਕਰਦਾ ਹੈ ਨਾ। ਪੰਚਾਇਤਾਂ 'ਚ ਬੈਠ ਕੇ ਲੋਕ ਇੱਕ ਦੂਜੇ ਨੂੰ ਜ਼ੁਬਾਨ ਦਿੰਦੇ ਹੁੰਦੇ ਸੀਗੇ ਵੀ ਮੈਂ ਜੇ ਤੈਨੂੰ ਇਹ ਕਿਹਾ ਤਾਂ ਮੈਂ ਕਰਕੇ ਦਿਖਾਊਂਗੀ। ਭੈਣ ਭਰਾਵਾਂ ਦੇ ਜਿਹੜੇ ਰਿਸ਼ਤੇ ਨੇ ਉਹ ਬਣ ਜਾਂਦੇ ਹੁੰਦੇ ਸੀ। ਇੱਦਾਂ ਇਹ ਨਹੀਂ ਸੀ ਹੁੰਦਾ ਵੀ ਹਰੇਕ ਰਿਸ਼ਤਾ ਤੁਹਾਨੂੰ ਲਹੂ ਦਾ ਹੀ ਰਿਸ਼ਤਾ ਹੁੰਦਾ ਸੀਗਾ। ਭੈਣ ਭਰਾਵਾਂ ਦੇ ਰਿਸ਼ਤੇ ਜ਼ੁਬਾਨਾਂ ਦੇ ਸਿਰ 'ਤੇ ਬਣ ਜਾਂਦੇ ਹੁੰਦੇ ਸੀ ਹੈ ਨਾ। ਲੋਕੀ ਸਾਡੀਆਂ ਰਿਸ਼ਤੇਦਾਰੀਆਂ 'ਚ ਲੋਕੀ ਬਹੁਤ ਸਾਰੇ ਰਿਸ਼ਤੇ ਜਿਹੜੇ ਛੋਟੇ ਹੁੰਦਿਆਂ ਦੇ ਇਸ ਲਈ ਮਤਲਬ ਤੈਅ ਹੋਏ ਸੀ। ਕਈ ਪਰਿਵਾਰਾਂ ਦੇ ਵਿੱਚ ਵੀ ਉਹ ਕਹਿ ਦਿੰਦੇ ਸੀ ਫਲਾਣੇ ਨੇ ਜ਼ੁਬਾਨ ਦਿੱਤੀ ਸੀ ਵੀ ਤੁਸੀਂ ਆਪਸ ਵਿੱਚ ਕਰ ਲਿਓ ਹੈ ਨਾ। ਤਾਂ ਇੱਦਾਂ ਮਤਲਬ ਹੈਗੇ ਨੇ ਬਹੁਤ ਸਾਰੇ ਲੋਕ। ਪਰ ਹੁਣ ਜਿਹੜਾ ਜ਼ਮਾਨਾ ਉਹ ਉਲਟਾ ਆ ਗਿਆ। ਹੁਣ ਮੈਨੂੰ ਤਾਂ ਜ਼ੁਬਾਨ ਨਾਲੋਂ ਜ਼ਿਆਦਾ ਨਾ ਪਹਿਰਾਵੇ ਦਾ ਪ੍ਰਭਾਵ ਕਬੂਲਣ ਲੱਗ ਗਏ ਲੋਕ। ਵੀ ਜੇ ਆਪਾਂ ਸੋਚਦੇ ਹਾਂ ਵੀ ਜੇ ਕੋਈ ਬਹੁਤ ਮਹਿੰਗਾ ਪਹਿਰਾਵਾ ਪਾ ਰਿਹਾ ਅਸੀਂ ਉਹਨੂੰ ਬਹੁਤ ਜ਼ਿਆਦਾ ਤਵੱਜੋ ਦਿੰਦੇ ਹਾਂ। ਕਿਸੇ ਕੋਲ ਮਹਿੰਗੀ ਕਾਰ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਤਵੱਜੋ ਦਿੰਦੇ ਹਾਂ। ਅਸੀਂ ਇਹ ਨਹੀਂ ਦੇਖਦੇ ਵੀ ਬੰਦਾ ਭਾਵੇਂ ਗੱਲ ਕਹਿ ਕੇ 10 ਮਿੰਟ ਬਾਅਦ ਮੁੱਕਰਨ ਵਾਲਾ ਹੋਵੇ ਹੈ ਨਾ। ਤੇ ਰਿਸ਼ਤੇ ਮੈਨੂੰ ਲੱਗਦਾ ਖਰਾਬ ਵੀ ਇਸੇ ਚੀਜ਼ ਦੇ ਸਿਰ 'ਤੇ ਹੁੰਦੇ ਨੇ। ਮੈਨੂੰ ਦੂਜੀ ਚੀਜ਼ ਇਹੋ ਜਿਹੇ ਲੋਕਾਂ ਦੀ ਸਮਝ ਨਹੀਂ ਆਉਂਦੀ। ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਇਕਰਾਰ ਕਰਨ ਨਾਲੋਂ ਨਾ ਕਰੋ ਤਾਂ ਉਹ ਜ਼ਿਆਦਾ ਬਿਹਤਰ ਹੁੰਦਾ ਹੈ ਨਾ। ਹੁਣ ਤੁਸੀਂ ਮੈਨੂੰ ਦਿਨ 'ਚ 10 ਵਾਅਦੇ ਕਰੋ, ਮੈਂ ਤੁਹਾਡੇ ਸਿਰ 'ਤੇ ਕੋਈ ਤਲਵਾਰ ਤਾਂ ਨਹੀਂ ਰੱਖੀ ਹੋਈ ਵੀ ਗੁਰਦੀਪ ਤੂੰ 10 ਵਾਅਦੇ ਕਰਕੇ ਮੇਰੇ ਨਾਲ ਉੱਠੀ ਹੈ ਨਾ। ਅਤੇ ਉਹਦੇ ਨਾਲੋਂ ਵਧੀਆ ਹੁੰਦਾ ਵੀ 10 ਮਿੰਟਾਂ ਬਾਅਦ ਉਹ 10 ਵਾਅਦਿਆਂ ਲਈ ਤੁਹਾਨੂੰ ਫਿੱਕੇ ਪੈਣਾ ਪਵੇ, ਤੁਸੀਂ ਕਰੋ ਹੀ ਨਾ। ਪਰ ਇਹ ਗਲਤੀਆਂ ਮੈਨੂੰ ਲੱਗਦਾ ਸਾਹਮਣੇ ਵਾਲੇ ਦੀਆਂ ਘੱਟ ਹੁੰਦੀਆਂ ਨੇ। ਜਿਹੜੀਆਂ ਜੋ ਇਹੋ ਜਿਹੀਆਂ ਚੀਜ਼ਾਂ ਕਰਦੇ ਨੇ ਸਾਡੀਆਂ ਜ਼ਿਆਦਾ ਹੁੰਦੀਆਂ ਨੇ। ਕਿਉਂਕਿ ਅਸੀਂ ਇੱਕ ਇਨਸਾਨ ਸਾਡੇ ਸਾਹਮਣੇ ਬੈਠਾ ਉਹ ਭਾਵੇਂ ਆਪਣੀ ਗੱਲ ਕਹੀ ਦਾ ਕਿੰਨਾ ਮਰਜ਼ੀ ਪੱਕਾ ਹੋਵੇ ਅਸੀਂ ਉਹਦਾ ਪ੍ਰਭਾਵ ਨਹੀਂ ਕਬੂਲਦੇ। ਅਸੀਂ ਕਿਹਦਾ ਕਬੂਲਾਂਗੇ ਵੀ ਕੌਣ ਜਿਹੜਾ ਵੱਡੀ ਕਾਰ 'ਚ ਆ ਰਿਹਾ, ਜਿਹਨੇ ਜ਼ਿਆਦਾ ਚੰਗਾ ਪਹਿਰਾਵਾ ਪਾਇਆ, ਉਹ ਚਾਹੇ ਸਾਡੇ ਰਿਸ਼ਤੇਦਾਰ ਨੇ ਚਾਹੇ ਸਾਡੇ ਆਲੇ ਦੁਆਲੇ ਆ ਹੈ ਨਾ। ਪਰ ਮੈਨੂੰ ਲੱਗਦਾ ਵੀ ਇਹ ਬਹੁਤ ਮਾੜਾ ਰੁਝਾਨ ਹੈ। ਸਾਡੇ ਨਾ ਰਿਸ਼ਤੇਦਾਰੀ 'ਚ ਇੱਕ ਆਂਟੀ ਅੰਕਲ ਸੀਗੇ ਅਤੇ ਉਹਨਾਂ ਦੀ ਜਿੱਦਾਂ ਵਿਆਹ ਤੋਂ ਬਾਅਦ ਕਾਫੀ ਅਣਬਣ ਰਹਿੰਦੀ ਸੀ। ਅਤੇ ਉਹ ਅੰਕਲ ਆਪਦੀ ਮਦਰ ਨੂੰ ਜਾ ਕੇ ਕਹਿੰਦੇ ਵੀ ਮੈਂ ਇਹਦੇ ਨਾਲ ਖੁਸ਼ ਨਹੀਂ ਹਾਂ ਹੈ ਨਾ। ਅਤੇ ਉਹ ਜਿਵੇਂ ਮਤਲਬ ਜੇਠੇ ਪੁੱਤ ਸੀਗੇ ਉਸ ਘਰ ਦੇ, ਅਤੇ ਉਹ ਪਹਿਲੀ ਨੂੰਹ ਸੀ ਜਿਹੜੀ ਉਸ ਘਰ ਆਈ। ਉਹਦੀ ਮਤਲਬ ਉਹਦੀ ਮਦਰ ਨੇ ਇਹ ਨਹੀਂ ਕਿਹਾ ਹੈਗਾ ਵੀ ਜੇ ਤੂੰ ਖੁਸ਼ ਨਹੀਂ ਤਾਂ ਭਾਈ ਠੀਕ ਆ ਫਿਰ ਤੁਸੀਂ ਅੱਡ ਅੱਡ ਹੋ ਜਾਓ। ਇਹ ਅੱਜ ਦੀਆਂ ਗੱਲਾਂ ਨਹੀਂ, ਅੱਜ ਤਾਂ ਆਪਾਂ ਐਕਸਪੈਕਟ ਹੀ ਨਹੀਂ ਕਰ ਸਕਦੇ। ਅਤੇ ਉਹ ਕਹਿੰਦੇ ਵੀ ਦੇਖ ਚਾਹੇ ਤੂੰ ਖੁਸ਼ ਹੈ ਚਾਹੇ ਨਹੀਂ ਹੈ, ਮੈਂ ਪਹਿਲੀ ਲੱਛਮੀ ਆਈ ਘਰੋਂ ਧੱਕਣੀ ਨਹੀਂ ਹੈਗੀ ਹੈ ਨਾ। ਸੋ ਕਹਿੰਦੇ ਤੁਸੀਂ ਜਿਵੇਂ ਮਰਜ਼ੀ ਨਿਭਾਓ ਇਹਨੂੰ, ਤੈਨੂੰ ਨਿਭਾਉਣਾ ਹੀ ਪੈਣਾ ਆ। ਆਪਾਂ ਕਿਸੇ ਦੀ ਧੀ ਘਰੇ ਲੈ ਕੇ ਆਏ ਹਾਂ ਤਾਂ ਇਹਨੂੰ ਆਪਾਂ ਹੁਣ ਮਤਲਬ ਘਰੋਂ ਆਪਣੇ ਉਹ ਨਹੀਂ ਕਰ ਸਕਦੇ ਹੈਗੇ ਹੈ ਨਾ। ਤਾਂ ਉਹਨਾਂ ਦਾ ਰਿਸ਼ਤਾ ਨਿਭਿਆ, ਐਂਡ ਤੱਕ ਨਿਭਿਆ ਹੈ ਨਾ। ਅਤੇ ਦੂਸਰੀ ਗੱਲ ਆ, ਜਦੋਂ ਮੇਰੇ ਮਾਸੀ ਦੇ ਬੇਟੇ ਦਾ ਵਿਆਹ ਹੋਣਾ ਸੀ, ਜਦੋਂ ਉਹਨਾਂ ਦੇ ਵਿਆਹ ਦੀ ਉਮਰ ਸੀ, ਉਹਨਾਂ ਲਈ ਰਿਸ਼ਤੇ ਆਉਣ ਲੱਗੇ ਤਾਂ ਉਹਨਾਂ ਨੇ ਜਦੋਂ ਪਹਿਲਾ ਰਿਸ਼ਤਾ ਦੇਖਣ ਜਾਣ ਲੱਗੇ ਹੋਏ ਮੇਰੇ ਮਾਸੀ ਜੀ ਕਹਿੰਦੇ ਵੀ ਤੈਨੂੰ ਚਾਹੇ ਕੁੜੀ ਪਸੰਦ ਹੋਵੇ ਚਾਹੇ ਨਾ ਹੋਵੇ, ਵੀ ਆਪਾਂ ਵੀ ਕੱਲ੍ਹ ਨੂੰ ਆਪਣੀ ਕੁੜੀ ਵਿਆਹੁਣੀ ਆ, ਵੀ ਆਪਾਂ ਨਾ ਕਿਸੇ ਦੀਆਂ ਕੁੜੀਆਂ ਨਹੀਂ ਦੇਖਦੇ ਫਿਰਨਾ। ਮੈਂ ਜਿਹੜੀ ਕੁੜੀ ਦੇਖੂੰਗੀ ਦੇਖਣ ਉਸੇ ਨੂੰ ਜਾਇਓ, ਵੀ ਜੇ ਤੁਸੀਂ ਉੱਥੇ ਰਿਸ਼ਤਾ ਪੱਕਾ ਕਰਕੇ ਆਉਣਾ, ਵੀ ਨਹੀਂ ਤਾਂ ਮੈਂ ਜਿਹੜੀ ਕੁੜੀ ਦੇਖੂੰਗੀ ਤਾਂ ਮੈਂ ਉਹਨੂੰ ਸ਼ਗਨ ਪਾ ਕੇ ਆਊਂਗੀ। ਤਾਂ ਮੇਰੇ ਭਾਬੀ ਮਤਲਬ ਵੀਰੇ ਉਹਨਾਂ ਦੇ ਲਈ ਉਹ ਪਹਿਲਾ ਰਿਸ਼ਤਾ ਜਿਹੜਾ ਦੇਖਣ ਗਏ ਸੀਗੇ ਉੱਥੇ ਹੀ ਸ਼ਗਨ ਪਾ ਕੇ ਉਹਨਾਂ ਦੇ ਨਾਲ ਹੀ ਉਹਨਾਂ ਦਾ ਵਿਆਹ ਹੋਇਆ ਹੈ ਨਾ। ਆਪਣੇ ਵੱਡੇ ਜਾਂ ਆਪਣੇ ਮਦਰ ਹੁਣੀ ਵੀ ਆਪਾਂ ਨੂੰ ਹੁਣ ਤੱਕ ਇਹੀ ਚੀਜ਼ਾਂ ਸਿਖਾਉਂਦੇ ਆਏ ਨੇਗੇ ਕਿ ਉਨੀ ਗੱਲ ਹੀ ਜ਼ੁਬਾਨ ਤੋਂ ਕਰੋ ਜਿੰਨੀ ਕਿ ਤੁਸੀਂ ਪਗਾ ਸਕਦੇ ਹੋ ਹੈ ਨਾ। ਤਾਂ ਇਹਦਾ ਮਤਲਬ ਉਹ ਗੱਲ ਕਹਿਣ ਦੇ ਬਹੁਤ ਵੱਡੇ ਮਾਇਨੇ ਹੁੰਦੇ ਸੀਗੇ ਕਿ ਜ਼ੁਬਾਨ ਤੋਂ ਫਿਰਿਆ ਬੰਦਾ, ਜ਼ੁਬਾਨ ਤੋਂ ਮੁੱਕਰਿਆ ਬੰਦਾ, ਜਾਂ ਤੁਸੀਂ ਕਿਸੇ ਨਾਲ ਗੱਲ ਕਹਿ ਕੇ ਜੇ ਪੂਰੀ ਨਹੀਂ ਕਰ ਸਕੇ ਤਾਂ ਮਤਲਬ ਤੁਸੀਂ ਕਿਰਦਾਰ ਦੇ ਵਿੱਚ ਬਹੁਤ ਛੋਟੇ ਹੋ ਜਾਓਗੇ। ਜਿਹੜਾ ਕਿ ਆਪਾਂ ਨੂੰ ਮੰਨਦੇ ਨੇ ਕਿ ਇਹ ਮਤਲਬ ਕਿ ਕਿਸੇ ਵੱਡੇ ਬੰਦੇ ਦੀ ਜਾਂ ਵੱਡੇ ਦਿਲ ਵਾਲੇ ਬੰਦੇ ਦੀ ਜਾਂ ਅਣਖ ਤੇ ਗੈਰਤ ਵਾਲੇ ਬੰਦੇ ਦੀ ਨਿਸ਼ਾਨੀ ਨਹੀਂ ਹੁੰਦੀ ਵੀ ਆਪਣੀ ਕਹੀ ਹੋਈ ਗੱਲ ਤੋਂ ਫਿਰ ਜਵੇ ਉਹ ਹੈ ਨਾ। ਪਰ ਅੱਜ ਦੇ ਟਾਈਮ 'ਚ ਜੇ ਆਪਾਂ ਦੇਖੀਏ ਤਾਂ ਨਾ ਰਿਸ਼ਤਿਆਂ ਦੇ ਵਿੱਚ, ਨਾ ਆਪਾਂ ਆਪਣੇ ਸਮਾਜਿਕ ਜਿਹੜੇ ਆਪਣੇ ਘਰਾਂ ਪਰਿਵਾਰਾਂ 'ਚ ਰਿਸ਼ਤੇ ਬਣਦੇ ਨੇ, ਨਾ ਉਹਨਾਂ ਦੇ ਵਿੱਚ ਸਾਡੀ ਕੋਈ ਜ਼ੁਬਾਨ ਹੁੰਦੀ ਹੈ ਅਤੇ ਨਾ ਹੀ ਅਸੀਂ ਆਪਣੀ ਦਿੱਤੀ ਜ਼ੁਬਾਨ 'ਤੇ ਖੜ੍ਹਦੇ ਹਾਂ। ਭੈਣਾਂ ਭਰਾਵਾਂ ਦੇ ਵਿੱਚ ਵੀ ਹਰ ਗੱਲ ਆ ਜਿਹੜੀ ਉਹ ਪੇਪਰ 'ਤੇ ਲਿਖੀ ਜਾਂਦੀ ਹੈ ਕਿ ਕੱਲ੍ਹ ਨੂੰ ਰੌਲਾ ਨਾ ਪੈ ਜਾਏ। ਬਿਲਕੁਲ, ਮਾਂ-ਪਿਓ ਜਿਉਂਦੇ ਜੀ ਲਿਖ ਦਿੰਦੇ, ਜਿਉਂਦੇ ਆ ਬਾਅਦ 'ਚੋਂ ਲੜਦੇ ਫਿਰਨਗੇ ਭਾਈ ਇਹਨਾਂ ਦਾ, ਕਿਉਂਕਿ ਸਾਡੀਆਂ ਪੀੜ੍ਹੀਆਂ ਨੇ ਉਹ ਚੀਜ਼ਾਂ ਭੁਗਤੀਆਂ ਨੇ ਹੈ ਨਾ। ਕਿਉਂਕਿ ਪਹਿਲਾਂ ਦੀਆਂ ਜਿਹੜੀਆਂ ਮੰਨ ਲਓ ਆਪਣੇ ਦਾਦੇ ਪੜਦਾਦੇ ਉਹਨਾਂ ਵਾਲੀ ਜਿਹੜੀ ਪੀੜ੍ਹੀ ਸੀਗੀ ਤਾਂ ਉਹ ਸਾਰੀਆਂ ਚੀਜ਼ਾਂ ਮਤਲਬ ਮੂੰਹ ਜ਼ਬਾਨੀ ਕਰ ਲੈਂਦੇ ਹੁੰਦੇ ਸੀਗੇ। ਅਤੇ ਹੁਣ ਜਦੋਂ ਆਪਣੀਆਂ ਪੀੜ੍ਹੀਆਂ ਨੂੰ ਆ ਕੇ ਉਹਨਾਂ ਚੀਜ਼ਾਂ ਦਾ ਹੋਇਆ ਵੀ ਆਪਣੇ 'ਚ ਲੜਾਈਆਂ ਹੋਣ ਲੱਗੀਆਂ ਤਾਂ ਲੱਗਿਆ ਵੀ ਇਹ ਉਹਨਾਂ ਨੇ ਵਧੀਆ ਨਹੀਂ ਕੀਤਾ, ਉਹਨਾਂ ਨੂੰ ਲਿਖਤੀ ਤੌਰ 'ਤੇ ਕਰਕੇ ਦੇ ਜਾਣਾ ਚਾਹੀਦਾ ਸੀਗਾ ਹੈ ਨਾ। ਸੋ ਆਪਣੀ ਜਿਹੜੀ ਆਪਣੇ ਮਦਰ ਫਾਦਰ ਨੇ ਉਹ ਕਹਿ ਦਿੰਦੇ ਨੇ ਵੀ ਨਹੀਂ ਸਾਡੇ ਬੈਠਿਆਂ ਆਹ ਚੀਜ਼ ਕਰਾ ਲਓ ਨਾ। ਸੋ ਭੈਣ ਭਰਾ ਦੇ ਵਿੱਚ ਵੀ ਇੰਨਾ ਕੁ ਥਪਾਕ ਜਾਂ ਇੰਨਾ ਇਤਬਾਰ ਨਹੀਂ ਰਿਹਾ ਹੈਗਾ ਕਿ ਅਸੀਂ
ਮਤਲਬ ਇੱਕ ਦੂਜੇ ਦੀ ਜ਼ੁਬਾਨ ਨੂੰ ਸਮਝ ਲਈਏ ਕਿ ਹਾਂ ਨਹੀਂ ਜੇ ਉਹਨੇ ਕਹਿਤਾ ਤਾਂ ਇਹ ਚੀਜ਼ ਇਦਾਂ ਹੀ ਹੋਊਗੀ। ਸਾਨੂੰ ਭੋਰਾ ਗੱਲ ਵੀ ਪੇਪਰ ਦੇ ਉੱਪਰ ਲਿਖਣੀ ਪੈਂਦੀ ਹੈ ਵੀ ਕੱਲ ਨੂੰ ਸਾਡਾ ਰੌਲਾ ਨਾ ਪੈ ਜਾਵੇ, ਹੈ ਨਾ। ਸੋ ਨਾ ਤਾਂ ਆਪਣੇ ਕੋਈ ਸਮਾਜਿਕ ਰਿਸ਼ਤਿਆਂ ਦੇ ਵਿੱਚ, ਨਾ ਆਪਣੇ ਜਿਹੜੇ ਘਰੇਲੂ ਰਿਸ਼ਤੇ ਨੇ ਉਹਨਾਂ ਦੇ ਵਿੱਚ, ਹੈ ਨਾ, ਜਾਂ ਫਿਰ ਆਪਣੇ ਜਿਹੜੇ ਕੋਈ ਕੰਮ ਦੇ ਕੋਈ ਜਿੰਨੇ ਵੀ ਰਿਸ਼ਤੇ ਨੇ, ਨਹੀਂ ਰਿਹਾ ਹੈਗਾ ਐਤਬਾਰ। ਅੱਗੇ ਹੁੰਦਾ ਸੀਗਾ ਕਿ ਲੋਕੀ ਜੁੜ ਜਾਂਦੇ ਹੁੰਦੇ ਸੀਗੇ ਇੱਕ ਦੂਜੇ ਦੇ ਨਾਲ ਵੀ, ਨਹੀਂ ਜੇ ਮੂਹਰੇ ਵਾਲਾ ਬੰਦਾ ਤੁਹਾਡੇ ਨਾਲ ਮਾੜਾ ਕਰ ਵੀ ਜਾਂਦਾ ਸੀਗਾ ਨਾ ਤਾਂ ਤੁਹਾਨੂੰ ਇਹ ਕਹਿ ਕੇ ਤੁਸੀਂ ਚੀਜ਼ਾਂ ਨਿਭਾਉਂਦੇ ਹੁੰਦੇ ਸੀਗੇ ਵੀ ਆਪਾਂ ਜਿਵੇਂ ਆਪਣੇ ਪਰਿਵਾਰਾਂ 'ਚ ਦੇਖਿਆ ਵਾ ਵੀ ਚੱਲ ਉਹਨੇ ਜਿਹੋ ਜਿਹੀ ਕਰਨੀ ਸੀ ਕਰਤੀ, ਪਰ ਮੈਂ ਇਸ ਚੀਜ਼ ਦਾ ਵਾਅਦਾ ਕੀਤਾ ਤੇ ਮੈਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟਣਾ ਹੈਗਾ, ਹੈ ਨਾ, ਮੈਂ ਤਾਂ ਇਹ ਚੀਜ਼ ਨਿਭਾਊਂਗਾ ਹੀ ਨਿਭਾਊਂਗਾ। ਗੁਰਦੀਪ, ਤੁਸੀਂ ਦੇਖੋ ਬਹੁਤ ਸਾਰੇ ਸਾਂਝੇ ਪਰਿਵਾਰਾਂ 'ਚ ਇਹ ਚੀਜ਼ਾਂ ਨਿਭਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਜਦੋਂ ਕਿਸੇ ਪਰਿਵਾਰ 'ਚ ਮਤਲਬ ਕੋਈ ਘਾਟਾ ਵਾਧਾ ਹੋ ਜਾਂਦਾ ਸੀ ਤਾਂ ਪਰਿਵਾਰ ਦਾ ਜਿਹੜਾ ਕੋਈ ਮੋਢੀ ਹੁੰਦਾ ਸੀਗਾ, ਹੈ ਨਾ, ਤਾਂ ਉਹਨੂੰ ਲੋਕ ਵਿਚਕਾਰ ਬਿਠਾਲਦੇ ਹੁੰਦੇ ਸੀਗੇ। ਇਸੇ ਲਈ ਬਿਠਾਲਦੇ ਹੁੰਦੇ ਸੀ ਵੀ ਲੈ ਇਹ ਜਿਹੜਾ ਫੈਸਲਾ ਕਰੂਗਾ ਮਤਲਬ ਉਹ ਸਹੀ ਹੋਊਗਾ। ਉਹ ਇਸ ਲਈ ਨਹੀਂ ਸੀ ਬਿਠਾਉਂਦੇ ਹੁੰਦੇ ਵੀ ਉਹ ਕੋਈ ਉਮਰ 'ਚ ਬਹੁਤ ਵੱਡਾ ਹੁੰਦਾ ਸੀਗਾ ਜਾਂ ਫਿਰ ਉਹਦੀ ਚਿੱਟੀ ਦਾੜੀ ਦੇਖ ਕੇ ਜਾਂ ਚਿੱਟੇ ਵਾਲ ਦੇਖ ਕੇ, ਹੈ ਨਾ। ਘਰ ਦਾ ਮੋਢੀ ਉਸੇ ਬੰਦੇ ਨੂੰ ਚੁਣਿਆ ਜਾਂਦਾ ਹੁੰਦਾ ਸੀ ਵੀ ਜਿਹੜਾ ਘਰ 'ਚ ਸੋਚਦੇ ਹੁੰਦੇ ਸੀ ਵੀ ਇਹਨੇ ਜੋ ਗੱਲ ਕਹਿਤੀ ਉਹ ਹੋਊਗੀ ਤੇ ਇਹ ਉਸ ਗੱਲ ਨੂੰ ਵਰਿਆਂ ਤੋਂ ਕਰਕੇ ਦਿਖਾ ਰਿਹਾ ਘਰ ਦੇ ਪਰਿਵਾਰ ਨੂੰ, ਹੈ ਨਾ। ਤੇ ਇਸ ਲਈ ਉਹ 'ਤੇ ਇੱਕ ਭਰੋਸਾ ਬਣ ਜਾਂਦਾ ਸੀ। ਜਿਵੇਂ ਤੁਸੀਂ ਕਿਹਾ ਵੀ ਆਪਣੇ ਪਰਿਵਾਰਾਂ 'ਚ ਆਪਾਂ ਨੂੰ ਕਦੇ ਨਹੀਂ ਸਿਖਾਇਆ ਜਾਂਦਾ ਸੀ ਵੀ ਜ਼ੁਬਾਨ ਤੋਂ ਤੁਸੀਂ ਕਦੀ ਫਿਸਲੋ, ਹੈ ਨਾ। ਤੁਸੀਂ ਦੇਖੋ ਆਪਣੇ ਮਾਂ ਪਿਓ ਕਹਿੰਦੇ ਹੁੰਦੇ ਸੀਗੇ ਵੀ ਜੇ ਕੋਈ ਬਾਹਰ ਤੁਹਾਨੂੰ ਕੋਈ ਗੱਲ ਪੁੱਛਦਾ ਤਾਂ ਤੁਸੀਂ 10 ਚੋਂ 8 ਕਹਿ ਦਿਓ, 10 ਨਾ ਕਿਹੋ। 10 ਚੋਂ 8 ਰਹਿ ਗਈਆਂ ਉਹਨੂੰ ਦੁੱਖ ਹੋਊਗਾ, ਪਰ ਜਦੋਂ ਉਹਨੂੰ ਤੁਸੀਂ 8 ਦੱਸੋਗੇ ਤੇ ਉਹਨੂੰ 10 ਮਿਲਣਗੀਆਂ ਤਾਂ ਉਹ ਬਹੁਤ ਖੁਸ਼ ਹੋਊਗਾ ਨਾ। ਰਿਸ਼ਤੇ ਕਰਨ ਜਾਂਦੇ ਲੋਕ ਜਦੋਂ ਜੇ ਡੂਡੀਆਂ ਜ਼ਮੀਨਾਂ ਕਹਿ ਦਿੰਦੇ ਸੀ ਤਾਂ ਬਾਅਦ ਚੋਂ ਪਰਿਵਾਰਾਂ 'ਚ ਕਿੰਨੇ ਮਸਲੇ ਇਹ ਚੀਜ਼ ਤੇ ਪੈਦਾ ਹੁੰਦੇ ਸੀ। ਪਰ ਆਪਣੇ ਪਰਿਵਾਰਾਂ 'ਚ ਹਮੇਸ਼ਾ ਇਹੀ ਦੱਸਿਆ ਜਾਂਦਾ ਸੀ ਵੀ ਭਾਈ ਜੋ ਹੈ ਜਾਂ ਤਾਂ ਉਹ ਕਿਹੋ, ਉਹਦੇ ਨਾਲੋਂ ਇੱਕ ਘੱਟ ਬੇਸ਼ੱਕ ਦੱਸ ਦਿਓ, ਹੈ ਨਾ। ਤਾਂ ਇਹ ਨਿਸ਼ਾਨੀਆਂ ਹੁੰਦੀਆਂ ਸੀਗੀਆਂ। ਜਿਵੇਂ ਤੁਸੀਂ ਕਹਿੰਦੇ ਸੀ ਵੀ ਤੁਹਾਡੇ ਜਦੋਂ ਮਾਂ ਪਿਓ ਦਾ ਰਿਸ਼ਤਾ ਹੋਇਆ ਸੀ, ਹੈ ਨਾ, ਕੀ ਹੋਇਆ ਸੀ, ਇਸ ਚੀਜ਼ 'ਤੇ ਹੋਇਆ ਸੀ ਵੀ ਉਹ ਕਿਸੇ ਦੇ ਘਰ ਬਲਦ ਖਰੀਦਣ ਗਏ ਸੀ, ਹੈ ਨਾ। ਤਾਂ ਉੱਥੇ ਜ਼ੁਬਾਨ ਹੋ ਗਈ ਵੀ ਕੁੜੀ ਸਾਡੀ ਕੁੜੀ ਤੇ ਤੁਹਾਡੇ ਮੁੰਡੇ ਦਾ ਰਿਸ਼ਤਾ ਹੋਊਗਾ, ਹੈ ਨਾ। ਤਾਂ ਆਪਾਂ ਇਹ ਨਹੀਂ ਕਹਿੰਦੇ ਵੀ ਹੁਣ ਦੇ ਦੌਰ 'ਚ ਵੀ ਇਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਹੁਣ ਦੇ ਦੌਰ 'ਚ ਹਰੇਕ ਚੀਜ਼ ਤੁਸੀਂ ਆਪਣੀ ਔਲਾਦ ਨਾਲ ਸਾਂਝੀ ਕਰਕੇ ਕਰੋ, ਪਰ ਫਿਰ ਵੀ ਉਦੋਂ ਔਲਾਦ ਲਈ ਵੀ ਮਾਂ ਪਿਓ ਦੀ ਜ਼ੁਬਾਨ ਦਾ ਕਿੱਡਾ ਮੁੱਲ ਹੁੰਦਾ ਸੀ ਤੇ ਮਾਪਿਆਂ ਲਈ ਵੀ ਕਈ ਕੋਈ ਗੱਲ ਦਾ ਕਿੱਡਾ ਮੁੱਲ ਹੁੰਦਾ ਸੀ ਵੀ ਜੋ ਮਰਜ਼ੀ ਹੋ ਜਾਵੇ ਬੇਸ਼ੱਕ ਹੁਣ ਜੋ ਕਹਿਤਾ ਉਹ ਅਸੀਂ ਕਰਕੇ ਹੀ ਦਿਖਾਉਣਾ, ਹੈ ਨਾ। ਹਾਂ, ਮੈਨੂੰ ਲੱਗਦਾ ਹੁੰਦਾ ਕਿ ਭੈਣੇ ਇਹਦਾ ਸਮੇਂ ਦੇ ਨਾਲ ਜਾਂ ਪੀੜ੍ਹੀ ਬਦਲਣ ਦੇ ਨਾਲ ਕੋਈ ਲਿੰਕ ਨਹੀਂ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਤੁਹਾਡਾ ਜ਼ੁਬਾਨ ਦਾ ਪੱਕਾ ਹੋਣਾ ਉਨਾ ਹੀ ਜ਼ਿਆਦਾ ਜ਼ਰੂਰੀ ਹੈ ਜਿੰਨਾ ਕਿ ਪਹਿਲਾਂ ਹੁੰਦਾ ਸੀਗਾ, ਹੈ ਨਾ। ਹੁਣ ਅੱਜ ਮਤਲਬ ਇੰਨੀ ਬੇਭਰੋਸਗੀ ਹੋ ਗਈ ਆਪਾਂ ਨੂੰ ਇੱਕ ਦੂਜੇ ਦੇ ਉੱਪਰ ਵੀ ਆਪਾਂ ਕਿਸੇ ਦਾ ਇੰਨਾ ਕਿਹਾ ਤੇ ਵੀ ਇਤਬਾਰ ਨਹੀਂ ਕਰ ਸਕਦੇ, ਹੈ ਨਾ। ਸਹੀ ਗੱਲ ਆ। ਲੋਕੀ ਕਹਿ ਦਿੰਦੇ ਨੇ ਕਾਗਜ਼ ਕਰਾ ਲਓ ਭਾਈ, ਇਹਦਾ ਕੀ ਪਤਾ ਇਹਦਾ ਸ਼ਾਮ ਨੂੰ ਮੁੱਕਰ ਜੂ, ਇੱਥੇ ਕੁਝ ਹੋਰ ਕਹਿ ਕੇ ਚੱਲਿਆ ਉੱਥੇ ਕੱਲ੍ਹ ਨੂੰ ਕਿਤੇ ਕੁਛ ਹੋਰ ਕਹਿ ਦੂ ਜਾ ਕੇ। ਕਿਉਂਕਿ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਜ਼ੁਬਾਨ ਤੋਂ ਫਿਰਨਾ ਕੀ ਹੁੰਦਾ, ਵੀ ਜੇ ਹਾਂ ਅਸੀਂ ਆਪਦੀ ਕਹੀ ਗੱਲ ਤੇ ਪੂਰੇ ਨਾ ਉਤਰੇ, ਹੈ ਨਾ, ਤਾਂ ਉਹ ਬੰਦੇ ਨਾ ਜਿਵੇਂ ਤੁਸੀਂ ਕਿਹਾ ਕਿ ਘੱਟ ਭਾਵੇਂ ਦੱਸ ਦੇਣਗੇ, ਕੋਈ ਗੱਲ ਵਧਾ ਚੜਾ ਕੇ ਨਹੀਂ ਦੱਸਣਗੇ, ਹੈ ਨਾ। ਜਿਵੇਂ ਸਾਡੇ ਇੱਕ ਕਹਿਣਗੇ ਵੀ ਫੇਰ ਆਪਣੀਆਂ ਐਗਜ਼ਾਮਪਲਾਂ ਦੇਣ ਲੱਗੇ। ਰਿਸ਼ਤੇਦਾਰੀ 'ਚ ਸਾਡੇ ਇੱਕ ਰਿਸ਼ਤਾ ਹੋਣਾ ਸੀਗਾ ਕਿਸੇ ਮੁੰਡੇ ਦਾ, ਹੈ ਨਾ, ਤੇ ਉਹਨਾਂ ਨੇ ਜਦੋਂ ਰਿਸ਼ਤਾ ਕਰਨਾ ਸੀਗਾ ਤੇ ਕੁੜੀ ਵਾਲਿਆਂ ਕੋਲ ਮਤਲਬ ਜ਼ਮੀਨ ਜਮੂਨ ਖੁੱਲ੍ਹੀ ਸੀਗੀ, ਮੁੰਡੇ ਵਾਲਿਆਂ ਕੋਲ ਇੰਨੀ ਹੈ ਨਹੀਂ ਸੀਗੀ, ਹੈ ਨਾ। ਤਾਂ ਉਹਨਾਂ ਨੇ ਕਿਸੇ ਨੇ ਮਤਲਬ ਰਿਸ਼ਤੇਦਾਰੀ 'ਚੋਂ ਹੀ ਉਹਨਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਕਹਿ ਦਿਓ ਕੇਰਾਂ ਵੀ ਸਾਡੇ ਹੈਗੇ ਨੇਗੇ। ਕਹਿੰਦੇ ਆਏਂ ਕਿਹੜਾ ਬਾਅਦ 'ਚੋਂ ਕੋਈ ਮੁੱਕਰਨ ਲੱਗਿਆ, ਹੈ ਨਾ। ਤਾਂ ਉਹ ਆਂਟੀ ਕਹਿੰਦੇ ਵੀ ਨਾ, ਕਹਿੰਦੇ ਇੰਨੀ ਕੁ ਗੱਲ ਤੇ ਹੀ ਅਸੀਂ ਕਾਹਤੇ ਨੀਵੇਂ ਹੋਈਏ, ਜਿੰਨਾ ਸਾਡੇ ਕੋਲੇ ਹੈਗਾ ਅਸੀਂ ਉਨਾ ਹੀ ਦੱਸਾਂਗੇ। ਨਾਲੇ ਕਹਿੰਦੇ ਜਦੋਂ ਅਗਲੀ ਸਾਡੇ ਘਰੇ ਜਦੋਂ ਵਿਆਹ ਕੇ ਆ ਜਾਊਗੀ, ਉਹਦਾ ਮਾਂ-ਬਾਪ ਉਹਦਾ ਭੈਣ ਭਰਾ ਸਾਡੇ ਘਰੇ ਆਉਣਗੇ ਤਾਂ ਉਹਨਾਂ ਤੋਂ ਕਿਹੜਾ ਕੁਛ ਲੁਕਿਆ ਰਹਿ ਜਾਣਾ, ਉਹਨਾਂ ਨੂੰ ਸਾਰਾ ਕੁਛ ਹੀ ਮਤਲਬ ਜ਼ਾਹਿਰ ਹੋ ਜਾਣਾ ਹੈ ਵੀ ਇਹਨਾਂ ਕੋਲੇ ਕੀ ਹੈ ਕੀ ਨਹੀਂ ਹੈ। ਕਹਿੰਦੇ ਵੀ ਉਵੇਂ ਫਿੱਕੇ ਪੈਣ ਨਾਲੋਂ ਤਾਂ ਚੰਗਾ ਅਗਲੇ ਨੂੰ ਸਿੱਧਾ ਇਹ ਦੱਸ ਦਿਓ ਭਾਈ ਅਸੀਂ ਤਾਂ ਇੰਨੇ ਜੋਗੇ ਹੀ ਹਾਂ, ਅਸੀਂ ਇੰਨਾ ਹੀ ਕਰ ਸਕਦੇ ਹਾਂ, ਹੈ ਨਾ। ਤੇ ਫਿਰ ਉਹਨਾਂ ਨੂੰ ਮਤਲਬ ਐਂ ਲੱਗਿਆ ਵੀ ਸ਼ਾਇਦ ਉਹਨਾਂ ਨੇ ਕੋਈ ਗਲਤ ਗੱਲ ਕਹਿਤੀ ਤੇ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਕੁੜੀ ਵਾਲਿਆਂ ਦੇ ਘਰ ਜਾ ਕੇ ਦੱਸਿਆ ਵੀ ਭਾਈ ਜਿਹੜੇ ਸਾਡੇ ਰਿਸ਼ਤੇਦਾਰ ਨੇ ਤੁਹਾਨੂੰ, ਜਿਹੜਾ ਉਹਨਾਂ ਦਾ ਵਿਚੋਲਾ ਸੀਗਾ, ਵੀ ਜਿਹੜੇ ਸਾਡੇ ਰਿਸ਼ਤੇਦਾਰ ਨੇ ਤੁਹਾਨੂੰ ਦੱਸਿਆ ਇਹਨਾਂ ਕੋਲੇ ਇੰਨੀ ਜ਼ਮੀਨ ਆ, ਵੀ ਸਾਡੇ ਕੋਲ ਇੰਨੀ ਜ਼ਮੀਨ ਨਹੀਂ ਆ, ਸਾਡੇ ਕੋਲ ਤਾਂ ਆਹ ਜ਼ਮੀਨ ਆ ਤੇ ਆਹ ਸਾਡੇ ਕੋਲੇ ਚੀਜ਼ਾਂ ਨੇ, ਸਾਡਾ ਇੰਨੇ ਕੁ ਥਾਂ 'ਚ ਹੀ ਘਰ ਪਾਇਆ ਹੋਇਆ, ਹੈ ਨਾ। ਤੇ ਕੁੜੀ ਵਾਲਿਆਂ ਨੇ ਰਿਸ਼ਤਾ ਕੀਤਾ ਤੇ ਹੁਣ ਉਹ ਸੋਹਣਾ ਨਿਭਦੇ ਨੇਗੇ। ਹਾਲਾਂਕਿ ਜੇ ਉਹ ਝੂਠ ਬੋਲ ਕੇ ਕਰਦੇ ਤਾਂ ਸਾਰੀ ਉਮਰ ਦੇ ਲਈ
ਇੱਕ ਤਾਂ ਮੁੰਡੇ ਦੀ ਨੀਵੀਂ ਪੈਣੀ ਸੀ ਸਹੁਰਿਆਂ ਮੂਹਰੇ, ਹਨਾ, ਤੇ ਦੂਸਰੀ ਗੱਲ ਉਹਦੀ ਮਾਂ ਜਿਹਨੇ ਇਕੱਲੀ ਨੇ ਕਰਨਾ ਸੀਗਾ ਉਹ ਕਿੰਨੀ ਸ਼ਰਮਿੰਦਾ ਹੋਣੀ ਸੀਗੀ, ਹਨਾ। ਘੱਟੋ ਘੱਟ ਹੁਣ ਉਹਨਾਂ ਦੇ ਦਿਮਾਗ ਤੇ ਇਹ ਤਾਂ ਨਹੀਂ ਬੋਝ ਹੈਗਾ ਵੀ ਅਸੀਂ ਇਹਨਾਂ ਦੇ ਮੂਹਰੇ ਕੀ ਜਚਾ ਕੇ ਰੱਖਣਾ ਵਾ। ਉਹ ਸਾਫ਼ ਨੇਗੇ, ਕਲੀਅਰ ਨੇ ਵੀ ਅਸੀਂ ਭਾਈ ਇੰਨਾ ਕੀ ਕਰ ਸਕਦੇ ਹਾਂ, ਜੇ ਇੰਨੀ ਕਿ ਸਾਡੇ 'ਚ ਗੁੰਜਾਇਸ਼ ਆ ਤੇ ਅਸੀਂ ਇੰਨਾ ਕੁ ਹੀ ਕਰਾਂਗੇ, ਹਨਾ। ਸੋ ਇਹ ਹੁੰਦੀ ਆ ਜ਼ੁਬਾਨ ਦੀ ਗੱਲ, ਵੀ ਤੁਸੀਂ ਕਿਸੇ ਨੂੰ ਝੂਠ ਨਾ ਬੋਲੋ, ਤੁਸੀਂ ਜੋ ਕਿਹਾ ਤੁਸੀਂ ਉਹਨੇ ਕਿਤੇ ਹੀ ਖਰੇ ਉਤਰੋ ਬਸ। ਬਿਲਕੁਲ ਗੁਰਦੀਪ, ਇੱਕ ਪਲ ਲਈ ਤੁਹਾਨੂੰ ਕੋਈ ਘੱਟ ਮੇਚ ਸਕਦਾ, ਹਨਾ। ਤੁਸੀਂ ਇੱਕ ਫੜ ਘੱਟ ਮਾਰੋਗੇ ਤਾਂ ਅਗਲਾ ਸਮਝ ਲਓ ਵੀ ਚਲੋ ਆਮ ਜਿਹਾ ਬੰਦਾ, ਹਨਾ। ਫੜਾਂ ਵਾਲੇ ਨੂੰ ਅੱਜ ਕੱਲ੍ਹ ਜ਼ਿਆਦਾ ਵੱਡਾ ਸਮਝਦੇ ਨੇ ਲੋਕ, ਵੀ ਜਿਹੜਾ ਜਿੰਨਾ ਚਿਰ 5-7 ਫੜਾਂ ਮਾਰ ਕੇ ਨਾ ਉੱਠੇ ਤਾਂ ਲੋਕਾਂ ਨੂੰ ਲੱਗਦਾ ਵੀ ਅਸਲ ਤਾਂ ਇਹ ਆ, ਹਨਾ। ਨਹੀਂ, ਅਸਲ 'ਚ ਫੜ ਮਾਰਨ ਵਾਲੇ ਨੂੰ ਵੀ ਇਹੀ ਵਹਿਮ ਹੁੰਦਾ ਵੀ ਸ਼ਾਇਦ ਸਾਹਮਣੇ ਵਾਲਾ ਬੰਦਾ ਬੇਵਕੂਫ ਹੀ ਆ। ਪਰ ਮੈਨੂੰ ਲੱਗਦਾ ਹੁੰਦਾ ਕਿ ਸਮਝ ਜਾਣਾ ਚਾਹੀਦਾ 21ਵੀਂ ਸਦੀ ਆ। ਸਹੀ ਗੱਲ, ਕਿਸੇ ਨੂੰ ਦੇਰ ਨਾਲ ਸਮਝ ਜ਼ਰੂਰ ਆ ਸਕਦੀ ਹੈ ਪਰ ਸਮਝ ਸਾਰੇ ਜਾਂਦੇ ਹੁੰਦੇ। ਬਿਲਕੁਲ। ਤੁਸੀਂ ਦੇਖੋ, ਮੈਨੂੰ ਲੱਗਦਾ ਇਹ ਨਾ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਆ ਵੀ ਆਪਣੇ ਪੜਦਾਦਿਆਂ ਦਾਦਿਆਂ 'ਚ ਬਹੁਤ ਸੀਗੀਆਂ, ਆਪਣੇ 'ਚ ਘਟ ਗਈਆਂ, ਕਿਉਂ ਤਾਂ ਹੀ ਘਟ ਗਈਆਂ। ਮੈਨੂੰ ਲੱਗਦਾ ਵੀ ਦਿਖਾਉਣ ਤੇ ਵੀ ਹੁੰਦਾ, ਹਨਾ। ਹੁਣ ਆਪਾਂ ਮਾਂ ਪਿਓ ਆ, ਆਪਾਂ 10 ਮਿੰਟ ਬਾਅਦ ਮੁੱਕਰ ਜਾਂਦੇ ਆ। ਨਿਆਣੇ ਨੂੰ ਆਪਾਂ ਕਹਿ ਦਿੰਦੇ ਆ ਵੀ ਲੈ ਤੈਨੂੰ ਫਲਾਣੀ ਜਗ੍ਹਾ ਲੈ ਕੇ ਚੱਲੂ, 10 ਮਿੰਟ ਬਾਅਦ ਮੈਂ ਕਹਿ ਦਿੰਦਾ ਮੇਰਾ ਤਾਂ ਟਾਈਮ ਨਹੀਂ ਹੈਗਾ, ਹਨਾ। ਤੁਸੀਂ ਜਦੋਂ ਫਿਸਲਦੇ ਹੋ ਤਾਂ ਅੱਗੇ ਅੱਗੇ ਜਾ ਕੇ ਉਹ ਚੀਜ਼ਾਂ ਆਪਣੇ ਆਪ ਉਹਨਾਂ 'ਚ ਆ ਜਾਂਦੀਆਂ ਨੇ, ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੋਈ ਐਡੀ ਗੱਲ ਨਹੀਂ ਹੁੰਦੀ, ਕਹਿ ਕੇ ਤੁਸੀਂ ਕਦੇ ਵੀ ਮੁੱਕਰ ਸਕਦੇ ਹੋ, ਹਨਾ। ਵਾਅਦਾ ਮਤਲਬ ਜ਼ੁਬਾਨ ਇੱਕ ਵਾਅਦਾ ਹੀ ਹੁੰਦੀ ਆ, ਚਾਹੇ ਉਹ ਤੁਹਾਡਾ ਕੰਮ ਤੇ ਆ, ਤੁਸੀਂ ਕੰਮ ਤੇ ਕਿਸੇ ਨਾਲ ਕੋਈ ਵਾਅਦਾ ਕਰਦੇ ਹੋ ਉਹਦੇ ਤੇ ਵੀ ਪੂਰੇ ਉਤਰੋ, ਤੁਸੀਂ ਘਰ 'ਚ ਕਿਸੇ ਨਾਲ ਕੋਈ ਵਾਅਦਾ ਕਰਦੇ ਹੋ ਉਸ ਤੇ ਵੀ ਪੂਰੇ ਉਤਰੋ, ਹਨਾ। ਰਿਸ਼ਤਿਆਂ ਦੇ ਬਹੁਤਾ ਜ਼ਿਆਦਾ ਟੁੱਟਣ ਦਾ ਕਾਰਨ ਇਹੀ ਆ ਵੀ ਅੱਜ ਕੱਲ੍ਹ ਜਿਵੇਂ ਇੱਕ ਦੌਰ ਆ ਵੀ ਮਤਲਬ ਆਪਾਂ ਕਹਿ ਦਿੰਦੇ ਹਾਂ ਹਮੇਸ਼ਾ ਵੀ ਵਿਆਹ ਬਾਰੇ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਹਨਾ। ਪਰ ਅੱਜ ਕੱਲ੍ਹ ਇੱਕ ਦੌਰ ਆ ਸੱਚੀ ਵੀ ਅਸੀਂ ਪਹਿਲਾਂ ਕੁਛ ਹੋਰ ਵਾਅਦੇ ਕਰਦੇ ਹਾਂ, ਬਾਅਦ 'ਚੋਂ ਆ ਕੇ ਅਸੀਂ ਜ਼ਿੰਦਗੀ 'ਚ ਹੋਰ ਤਰ੍ਹਾਂ ਦੇ ਹੋ ਜਾਂਦੇ ਹਾਂ, ਹਨਾ। ਤੇ ਫਿਰ ਉੱਥੇ ਰਿਸ਼ਤੇ ਟੁੱਟਦੇ ਨੇ, ਅਗਲਾ ਕਹਿੰਦਾ ਤੂੰ ਮੈਨੂੰ ਆਹ ਕਿਹਾ ਸੀ। ਕੰਮ ਤੇ ਜਿੱਦਣ ਅਸੀਂ ਪਹਿਲੇ ਦਿਨ ਜਾ ਕੇ ਜੁਆਇਨ ਕਰਦੇ ਹਾਂ ਅਸੀਂ ਕਹਿੰਦੇ ਵੀ ਮੈਂ ਤਾਂ ਆਹ ਕਰ ਦੂੰਗਾ, ਮੈਂ ਤੁਹਾਡੇ ਲਈ ਆਹ ਕਰ ਦੂੰਗਾ। ਉਸ ਤੋਂ ਬਾਅਦ ਮਤਲਬ 10 ਕੁ ਦਿਨਾਂ ਬਾਅਦ ਸਾਡੇ ਤੇਵਰ ਹੀ ਬਦਲੇ ਹੁੰਦੇ ਨੇ, ਹਨਾ। ਮੈਂ ਨਾ ਜਦੋਂ ਜੌਬ ਜੁਆਇਨ ਕਰਨੀ ਸੀਗੀ ਤਾਂ ਮੈਂ ਆਪਣਾ CV ਬਣਾ ਰਹੀ ਸੀਗੀ ਤੇ ਮੈਂ ਕਿਹਾ ਮੈਨੂੰ ਹੁਣ ਯਾਦ ਨਹੀਂ ਵੀ ਕਿੱਥੇ ਬੈਠੇ ਸੀਗੇ ਅਸੀਂ ਤੇ ਉਹ ਬਣਾ ਰਹੇ ਸੀ CV ਤੇ ਮੈਂ ਕਿਹਾ ਇਹਦੇ 'ਚ ਕੁਆਲਿਟੀਜ਼ 'ਚ ਕੀ ਕੀ ਲਿਖਾਂ। ਮੈਨੂੰ ਕਿਸੇ ਨੇ ਕਿਹਾ, ਕਹਿੰਦੇ ਇਹ 'ਚ ਜਿੰਨਾ ਕੁਛ ਲਿਖੇਂਗੀ ਕੁਆਲਿਟੀਜ਼ 'ਚ ਅਗਲੇ ਦੀਆਂ ਪੜ੍ਹਨ ਵਾਲੇ ਦੀਆਂ ਐਕਸਪੈਕਟੇਸ਼ਨਸ ਤੇਰੇ ਤੋਂ ਉਨੀਆਂ ਹੀ ਬਣਨਗੀਆਂ। ਸੋ ਕਹਿੰਦੇ ਹਾਲੇ ਤੇਰੀ ਸਟਾਰਟਿੰਗ ਆ, ਜਿੰਨਾ ਤੈਨੂੰ ਆਉਂਦਾ ਤੂੰ ਸਿਰਫ ਇਹਦੇ 'ਚ ਓਨਾ ਲਿਖ। ਕਿਉਂਕਿ CV ਕਹਿੰਦੇ ਆਪਾਂ ਕਿਸੇ ਨੂੰ ਨਾ ਇੰਪ੍ਰੈਸ ਕਰਨ ਲਈ ਨਹੀਂ ਬਣਾਉਂਦੇ ਹੁੰਦੇ, CV 'ਚ ਆਪਾਂ ਐਗਜ਼ੈਕਟ ਦੱਸਣਾ ਹੁੰਦਾ ਵੀ ਮੇਰੇ 'ਚ ਯੋਗਤਾ ਕੀ ਆ ਤੇ ਇਸ ਯੋਗਤਾ ਅਨੁਸਾਰ ਤੁਸੀਂ ਮੈਨੂੰ ਫਲਾਣੇ ਕੰਮ ਦੇ ਲਈ ਰੱਖ ਸਕਦੇ ਹੋ ਤੇ ਇਹ ਕੰਮ ਮੈਂ ਆਪਣੀ ਇਹ ਕਰ ਸਕਦਾ, ਇਸ ਚੀਜ਼ ਤੇ ਮੈਂ ਪੂਰਾ ਖਰਾ ਉਤਰ ਸਕਦਾ, ਹਨਾ। ਸੋ ਅੱਜ ਕੱਲ੍ਹ ਜਿਵੇਂ ਆਪਾਂ ਕਹਿੰਦੇ ਕੰਮ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ CV ਆਪਣਾ ਇੰਨਾ ਵੱਡਾ ਬਣਾ ਕੇ ਬਹਿ ਜਾਂਦੇ ਹੋ ਤੇ ਮੁੜ ਕੇ ਤੋਂ ਜਾ ਕੇ ਉੱਥੇ ਕੰਮ ਨਹੀਂ ਹੁੰਦਾ ਹੈਗਾ, ਹਨਾ। ਸੋ ਇਹ ਵੀ ਚੀਜ਼ ਆ, ਇਹ ਵੀ ਇੱਕ ਤਰ੍ਹਾਂ ਦੇ ਨਾਲ ਜ਼ੁਬਾਨ ਦੇ ਵਿੱਚ ਹੀ ਆਉਂਦਾ ਹੈ ਕਿ ਤੁਸੀਂ ਇੰਨਾ ਕਰਾਰ ਕੀਤਾ ਸੀਗਾ ਪਰ ਤੁਸੀਂ ਨਿਭੇ ਹੈ ਨਹੀਂ ਗੇ ਉਹਦੇ ਤੇ। ਗੁਰਦੀਪ, ਵੱਡੇ ਵੱਡੇ ਉਧਾਰ ਚੱਲਦੇ ਹੁੰਦੇ ਸੀ ਜ਼ੁਬਾਨ ਦੇ ਸਿਰ ਤੇ, ਲੋਕੀ ਲੱਖਾਂ ਰੁਪਈਆ ਇੱਕ ਦੂਜੇ ਨਾਲ ਦੇਣਦਾਰੀਆਂ ਕਰ ਲੈਂਦੇ ਸੀ। ਜ਼ੁਬਾਨ ਹੁੰਦੀ ਸੀਗੀ ਸਾਡੇ ਨਾ ਸੁਨਿਆਰੇ ਨੇਗੇ ਤੇ ਇੱਕ ਵਾਰੀ ਮੈਨੂੰ ਜਦੋਂ ਅਸੀਂ ਚਲੋ ਦਾਦਾ ਜੀ ਐਕਸਪਾਇਰ ਹੋਏ ਤੇ ਉਸ ਤੋਂ ਬਾਅਦ ਸਾਡਾ ਮਤਲਬ ਅਸੀਂ ਉਹਨਾਂ ਦੇ ਆਉਣ ਜਾਣ ਲੱਗੇ, ਹਨਾ, ਕਿਉਂਕਿ ਪਹਿਲਾਂ ਤਾਂ ਸਾਰਾ ਕੁਝ ਉਹੀ ਕਰਦੇ ਹੁੰਦੇ ਸੀ, ਆਉਂਦੇ ਜਾਂਦੇ ਸੀਗੇ। ਜਦੋਂ ਅਸੀਂ ਉਹਨਾਂ ਕੋਲੇ ਗਏ ਤੇ ਮੈਂ ਉਹਨਾਂ ਨੂੰ ਜਾ ਕੇ ਕਿਹਾ ਵੀ ਅਸੀਂ ਮਤਲਬ ਫਲਾਣੇ ਪਿੰਡ ਤੋਂ ਵੀ ਇੱਦਾਂ ਇਹਨਾਂ ਦੇ ਘਰੋਂ ਆਏ ਹਾਂ। ਕਹਿੰਦੇ ਹਾਂ, ਤੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼, ਮੈਂ ਕਿਹਾ ਵੀ ਸਾਡੇ ਵਿਆਹਾਂ ਦਾ ਸੋਨਾ, ਕਹਿੰਦੇ ਤੁਹਾਡੇ ਵਿਆਹ ਦਾ, ਤੁਹਾਡੀ ਤੇਰੀ ਭੂਆ ਦੇ ਵਿਆਹ ਦਾ ਵੀ ਗਿਆ ਸੀ, ਹਨਾ। ਸੋ ਸੁਨਿਆਰਿਆਂ ਨਾਲ, ਹਨਾ, ਜਾਂ ਫਿਰ ਆਪਣੇ ਜਿਨ੍ਹਾਂ ਤੋਂ ਆਪਾਂ ਸੌਦਾ ਪੱਤਾ ਚੱਕਦੇ ਸੀ ਉਹਨਾਂ ਦੇ ਨਾਲ ਸਾਡੀ 30-30 ਸਾਲਾਂ ਦੀ ਸਾਂਝ ਹੁੰਦੀ ਸੀਗੀ। ਇਹ ਹੁੰਦਾ ਸੀਗਾ 6 ਮਹੀਨੇ ਬਾਅਦ ਜਦੋਂ ਸੌਦਾ ਚੱਕਣ ਜਾਂਦੇ ਹੁੰਦਾ ਸੀ ਬੰਦਾ ਤਾਂ ਉਹ ਸਾਰਾ ਲਿਖਿਆ ਹੁੰਦਾ ਸੀ ਤੇ 6 ਮਹੀਨਿਆਂ ਬਾਅਦ ਪੈਸੇ ਤਾਰੇ ਜਾਂਦੇ ਹੁੰਦੇ ਸੀਗੇ, ਹਨਾ। ਸੋ ਉਦੋਂ ਇਹ ਹੁੰਦਾ ਸੀਗਾ ਵੀ ਕੋਈ ਇਹਨਾਂ ਨੇ ਦੇ ਜਾਣਾ। ਬਿਲਕੁਲ। ਔਰ ਹੁਣ ਦੇਖੋ ਉਹਨਾਂ ਦੁਕਾਨਾਂ ਦੇ ਬਾਹਰ ਹੀ ਲਿਖਿਆ ਹੁੰਦਾ ਵੀ ਉਧਾਰ ਬਣਦਾ, ਕਿਉਂਕਿ ਇਹ ਨਹੀਂ ਵੀ ਵਪਾਰੀ ਘਾਟੇ ਚਾਹੇ ਹੁੰਦਾ ਵੀ ਅਗਲੇ ਦਾ ਕੀ ਪਤਾ ਕੱਲ ਨੂੰ ਮੁੱਕਰ ਜੇ, ਮੈਂ ਤਾਂ ਸੌਦਾ ਲੈ ਕੇ ਹੀ ਨਹੀਂ ਗਿਆ। ਹਾਂ, ਅਸਲ ਦੇ ਵਿੱਚ ਇਹੀ ਹੈ ਨਾ ਵੀ ਆਪਾਂ ਆਪਣੀਆਂ ਜ਼ਬਾਨਾਂ ਤੋਂ ਫਿਰਨ ਲੱਗ ਗਏ, ਆਪਾਂ ਮਤਲਬ ਆਪਣੇ ਕਿਹੇ ਹੋਏ ਤੇ ਨਹੀਂ ਖੜਦੇ ਹੈਗੇ। ਅੱਗੇ ਬਹੁਤ ਵੱਡੇ ਅਣਖ ਦਾ ਮਸਲਾ ਹੋ ਜਾਂਦਾ ਸੀ ਵੀ ਨਹੀਂ ਹੁਣ ਤਾਂ ਜ਼ੁਬਾਨ ਕਰਤੀ। ਸਹੀ ਗੱਲ ਆ। ਜ਼ਿਆਦਾ ਮਸਲਾ ਨਾ ਇਸ ਚੀਜ਼ 'ਚ ਹੀ ਹੁੰਦਾ, ਜਿਵੇਂ ਮੰਨ ਲਓ ਕਿਸੇ ਦੇ ਘਰੇ ਕੋਈ ਕੁੜੀ ਦੇਖਣ ਗਿਆ ਨਾ, ਉਹ ਕਹਿ ਦਿੰਦੇ ਜੀ ਸਿਲਾਈ ਕਢਾਈ ਤੋਂ ਲੈ ਕੇ ਸਾਰਾ ਕੰਮ ਕਰ ਲੈਂਦੀ ਆ ਘਰ ਦਾ, ਨਾ। ਮੁੜ ਕੇ ਸਿੱਧੀ ਲਿਆਉਣ ਨਹੀਂ ਲਾਉਣੀ ਆਉਂਦੀ ਮੁੜ ਕੇ ਵਿਚਾਰੀ ਨੂੰ, ਮੇਰੇ ਵਰਗੀ ਨੂੰ ਮੈਗੀ ਤੋਂ ਇਲਾਵਾ ਕੁਝ ਆਉਂਦਾ ਹੀ ਨਹੀਂ ਹੁੰਦਾ, ਨਾ। ਤੇ ਇੱਦਾਂ ਹੀ ਮੁੰਡਿਆਂ ਨਾਲ ਹੁੰਦਾ, ਅਗਲਾ ਕਹਿੰਦਾ ਦੇਖੋ ਜੀ ਕਾਰੋਬਾਰ ਦਾ ਅੱਧਾ ਬੋਝ ਚੁੱਕਿਆ ਹੋਇਆ ਮੁੰਡੇ ਨੇ, ਸਾਰੀ ਪੈਲੀ ਇਹ ਵਾਹੁੰਦਾ, ਜ਼ਮੀਨ ਜਾਇਦਾਦ ਦੇਖਦਾ, ਤੇ ਵਿਆਹ ਤੋਂ ਬਾਅਦ ਹੀ ਪਤਾ ਲੱਗਦਾ ਵੀ ਮੁੰਡਾ ਤਾਂ ਸਵੇਰ ਦੀ ਚਾਹ ਵੀ ਮੰਜੇ ਦੀ ਪੀਂਦਾ, ਹਨਾ। ਤੇ ਮੈਨੂੰ ਲੱਗਦਾ ਹੁੰਦਾ ਵੀ ਸੱਚੀ ਮਤਲਬ ਹਰੇਕ ਮਸਲੇ ਤੇ ਜ਼ਰੂਰੀ ਨਹੀਂ ਵੀ ਉਹ ਇਕੱਲੇ ਪਰਿਵਾਰਕ ਮਸਲੇ ਹੋਣ,
ਮੈਂ ਜਿੱਥੇ ਜਾਵਾਂ ਲੋਕ ਮੈਨੂੰ ਇਸ ਚੀਜ਼ ਤੋਂ ਕਦੀ ਵੀ ਨਾ ਜਾਣਨ ਵੀ ਇਹ ਫਲਾਣੇ ਪਰਿਵਾਰ ਚੋਂ ਆ, ਜਾਂ ਇਹ ਇੰਨਾ ਵਧੀਆ ਕੱਪੜਾ ਲੀੜਾ ਪਾਉਂਦਾ, ਜਾਂ ਇੰਨਾ ਵਧੀਆ ਖਾਂਦਾ ਪੀਂਦਾ, ਇੰਨੀ ਵਧੀਆ ਗੱਲਬਾਤ ਕਰਦਾ। ਮੈਂ ਚਾਹੁੰਦੀ ਹਾਂ ਵੀ ਇਸ ਚੀਜ਼ ਤੋਂ ਵੀ ਮੈਨੂੰ ਲੋਕ ਜਾਣਨ ਵੀ ਇਹ ਉਹ ਬੰਦਾ ਜਿਹਦੇ ਨਾਲ ਅਸੀਂ ਕੋਈ ਗੱਲ ਕਰਾਂਗੇ ਤਾਂ ਤੀਜੀ ਥਾਂ ਨਹੀਂ ਜਾਊਗੀ, ਕਿਉਂਕਿ ਇਹ ਜ਼ੁਬਾਨ ਦਾ ਬਹੁਤ ਪੱਕਾ, ਕਿਰਦਾਰ ਦਾ ਬਹੁਤ ਪੱਕਾ। ਇਸ ਚੀਜ਼ ਤੋਂ ਵੀ ਜਾਣਨ ਵੀ ਇਹ ਜੋ ਕਹਿ ਗਿਆ, ਜੋ ਫੈਸਲਾ ਕਰ ਗਿਆ, ਉਹ ਸਹੀ ਹੀ ਹੋਊਗਾ, ਹਨਾ। ਤੇ ਅੱਜ ਕੱਲ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਦੁੱਖ ਕਿਸੇ ਨਾਲ ਵੰਡ ਲਓ ਤਾਂ ਢਿੱਡ ਹਲਕਾ ਹੋ ਜਾਂਦਾ। ਅੱਜ ਕੱਲ ਤਾਂ ਦੁੱਖ ਵੀ ਵੰਡ ਨਹੀਂ ਸਕਦਾ ਬੰਦਾ, ਪਤਾ ਵੀ ਅਗਲਾ ਫਿਸਲਿਆ ਤੇ ਉਹੀ ਦੁੱਖ ਤੁਹਾਡਾ ਤੀਜੇ ਥਾਂ ਤੇ ਜਾ ਕੇ ਉਹਦਾ ਭੋਗ ਪੈ ਜਾਣਾ। ਭੈਣੇ ਤੁਸੀਂ ਇਹ ਦੇਖ ਲਓ ਵੀ ਅੱਜ ਕੱਲ ਘਰਾਂ ਦੇ ਮਸਲੇ ਜਾਂ ਕਿਸੇ ਵੀ ਇੱਕ ਪਿੰਡ ਦਾ ਬਹੁਤ ਹੀ ਛੋਟਾ ਜਿਹਾ ਮਸਲਾ ਇੰਟਰਨੈਟ ਤੇ ਉਹ ਵਾਇਰਲ ਹੋ ਜਾਂਦਾ, ਉਹ ਬਹੁਤ ਛੇਤੀ ਥਾਣੇ ਚਲਿਆ ਜਾਂਦਾ, ਉਹ ਬਹੁਤ ਛੇਤੀ ਕੋਰਟ ਕਚਹਿਰੀਆਂ 'ਚ ਚਲਿਆ ਜਾਂਦਾ। ਸਾਡੇ ਸੁਣਨ ਦੀਆਂ ਗੱਲਾਂ ਨੇ ਵੀ ਮੇਰੇ ਨਾਨਕੇ ਪਿੰਡ ਮਤਲਬ ਸਾਡੇ ਘਰਾਂ 'ਚ ਇੱਕ ਮਾਮਾ ਹੀ ਲੱਗਦੇ ਹੁੰਦੇ ਸੀ ਵੀ ਉਹ ਜਿੰਨੇ ਸਾਲ ਉਹ ਪਿੰਡ ਦੇ ਸਰਪੰਚ ਰਹੇ ਨੇ 20 ਤੋਂ 25 ਸਾਲ, ਮੈਨੂੰ ਮਤਲਬ ਪੱਕਾ ਯਕੀਨ ਨਹੀਂ ਹੈਗਾ ਵੀ ਉਨੇ ਸਾਲ ਉਸ ਪਿੰਡ ਦੇ ਵਿੱਚ ਪੁਲਿਸ ਨਹੀਂ ਸੀ ਆ ਕੇ ਵੜੀ, ਹੈ ਨਾ। ਕਿਉਂਕਿ ਇਹ ਵੀ ਹੁੰਦਾ ਸੀਗਾ ਵੀ ਜਿਵੇਂ ਤੁਸੀਂ ਕਿਹਾ ਵੀ ਕਿਸੇ ਦੀ ਕਹੀ ਹੋਈ ਗੱਲ, ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਭਾਈ ਪੰਚੀ ਸਰਪੰਚੀ ਵੀ ਉਹੀ ਬੰਦਾ ਸਾਂਭ ਸਕਦਾ ਜਿਹੜਾ ਗੱਲ ਕਰਨ ਵਾਲਾ ਹੋਵੇ, ਹੈ ਨਾ, ਵੀ ਆਪਣੀ ਗੱਲ ਕਹੀ ਨੂੰ ਪਗਾਵੇ ਵੀ ਤੇ ਉਹਦੀ ਗੱਲ ਕਹੀ ਹੋਈ 4 ਬੰਦੇ ਮੰਨਣ ਵੀ ਤੇ ਉਹਨੂੰ ਆਪਣੀ ਮਨਾਉਣੀ ਵੀ ਆਉਂਦੀ ਹੋਵੇ, ਹੈ ਨਾ। ਸੋ ਹੁਣ ਦੇਖ ਲਓ ਤੁਸੀਂ ਆਪਣੇ ਘਰ ਦਾ ਕੋਈ ਮਤਲਬ ਦਰਾਣੀ ਜਠਾਣੀ ਲੜਦੀਆਂ ਦੱਸ ਵਾਇਰਲ ਹੋ ਜਾਂਦੀਆਂ ਨੇਗੀਆਂ, ਹੈ ਨਾ, ਫੇਸਬੁੱਕ ਦੇ ਉੱਪਰ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਪਰ। ਕਿੰਨੀ ਛੇਤੀ ਅਸੀਂ ਕੋਰਟ ਕਚਹਿਰੀਆਂ ਥਾਣਿਆਂ ਦੇ ਵਿੱਚ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੂੰ ਲਿਜਾਣ ਲੱਗ ਗਏ। ਅੱਗੇ ਦੇਖ ਲਓ ਉਹ ਵੀ ਟਾਈਮ ਹੁੰਦੇ ਸੀ ਵੀ ਜਦੋਂ ਮਸਲਾ ਜਿਹੜਾ ਉਹ ਅਬਲਾ ਤਾਂ ਆਪਣੇ ਘਰੇ ਨਹੀਂ ਫਿਰ ਪਿੰਡ ਦੀ ਪੰਚਾਇਤ ਜਾ ਕੇ ਨਿਬੜ ਜਾਂਦਾ ਹੁੰਦਾ ਸੀ। ਪਿੰਡ ਦੀ ਪੰਚਾਇਤ 'ਚ ਕੋਈ ਮਸਲਾ ਜਾਣਾ ਮਤਲਬ ਬਹੁਤ ਹੱਦ ਕਾਲੀ ਗੱਲ ਮੰਨਦੇ ਹੁੰਦੇ ਸੀਗੇ, ਹੈ ਨਾ। ਦੂਜੀ ਗੱਲ ਇਹ ਹੁੰਦੀ ਸੀ ਵੀ ਪੰਚਾਇਤ ਵੀ ਕਹਿ ਦਿੰਦੀ ਸੀ ਵੀ ਭਾਈ ਜੇ ਹੁਣ ਤੁਸੀਂ ਅਬਲਾ ਤਾਂ ਤੁਹਾਨੂੰ ਘਰੇ ਨਿਬੇੜਨਾ ਚਾਹੀਦਾ ਸੀ, ਜੇ ਤੁਸੀਂ ਇੱਥੇ ਤੱਕ ਆ ਗਏ ਹੋ ਤਾਂ ਜੋ ਪੰਚਾਇਤ ਫੈਸਲਾ ਕਰੂਗੀ ਤਾਂ ਤੁਹਾਨੂੰ ਉਹ ਮੰਨਣਾ ਪਊਗਾ, ਤੁਹਾਨੂੰ ਉਸ ਚੀਜ਼ ਦੇ ਉੱਪਰ ਖੜਨਾ ਪਊਗਾ। ਤੇ ਲੋਕ ਮੰਨਦੇ ਵੀ ਹੁੰਦੇ ਸੀ, ਬਿਲਕੁਲ, ਹੈ ਨਾ। ਸੱਚੀ ਮੈਂ ਕਹਿੰਦੀ ਹਾਂ ਹੁਣ ਮਤਲਬ ਹਰੇਕ ਚੀਜ਼ ਨੂੰ ਲੋਕ ਨਾ ਅਣਖ ਗੈਰਤ ਕਹਿ ਦਿੰਦੇ ਆ ਵੀ ਲੈ ਫਲਾਣੇ ਨੇ ਆਹ ਚੀਜ਼ ਕਰਤੀ, ਇਹ ਬੜਾ ਅਣਖੀ ਬਣਦਾ, ਬੜਾ ਗੈਰਤੀ। ਪਰ ਮੇਰੇ ਹਿਸਾਬ ਨਾਲ ਤੁਹਾਡੇ 'ਚ ਅਣਖ ਤੇ ਗੈਰਤ ਹੋਣੀ ਚਾਹੀਦੀ ਆ। ਹਾਂ ਵੀ ਜੇ ਭਾਈ ਇਹਨਾਂ ਦੇ ਬਹੁਤ ਜ਼ਮੀਨ ਆ, ਜਾਂ ਇਹਨਾਂ ਦੇ ਘਰੇ 4 ਗੱਡੀਆਂ ਖੜੀਆਂ ਨੇ, ਇਹਨਾਂ ਦੇ ਘਰੇ 26 ਮੋਟਰਸਾਈਕਲ ਖੜੇ ਨੇ, ਬਹੁਤ ਸਰਦਾਰ ਲੋਕ ਨੇਗੇ, ਨਹੀਂ। ਅਸਲ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਕਿ ਸਰਦਾਰ ਲੋਕ ਉਹ ਹੁੰਦੇ ਨੇ ਜਿਹੜੇ ਕਿ ਇਮਾਨ ਦੇ, ਆਪਣੀ ਜ਼ੁਬਾਨ ਦੇ, ਆਪਣੇ ਕਿਰਦਾਰ ਦੇ ਵੱਡੇ ਹੁੰਦੇ ਨੇਗੇ, ਹੈ ਨਾ। ਸਹੀ ਗੱਲ ਹੈ ਗੁਰਦੀਪ। ਅੱਗੇ ਆਪਾਂ ਆਪਣੇ ਘਰਾਂ 'ਚ ਸੁਣਦੇ ਹੁੰਦੇ ਸੀ ਵੀ ਮਤਲਬ ਇਸ ਚੀਜ਼ ਨੂੰ ਲੋਕ ਆਪਣੀ ਗੈਰਤ ਮੰਨਦੇ ਹੁੰਦੇ ਸੀ ਵੀ ਸਾਡੀਆਂ ਜਿਹੜੀਆਂ ਔਰਤਾਂ ਕਦੀ ਕਚਹਿਰੀਆਂ ਨਹੀਂ ਸੀ ਜਾਂਦੀਆਂ, ਕਦੀ ਪੁਲਿਸ ਥਾਣਿਆਂ ਨਹੀਂ ਸੀ ਜਾਂਦੀਆਂ ਹੁੰਦੀਆਂ ਨਾ। ਹੁਣ ਸੱਚੀ ਗੱਲ ਹੈ ਤੁਹਾਡੇ ਘਰਾਂ ਦੇ ਮਸਲੇ ਤੁਸੀਂ ਇੱਕ ਛੋਟੀ ਜਿਹੀ ਗੰਦੀ ਜਿਹੀ ਵੀਡੀਓ ਬਣਾ ਕੇ ਪੂਰੀ ਦੁਨੀਆ ਨੂੰ ਦਿਖਾ ਰਹੇ ਹੋ, ਹੈ ਨਾ। ਜਿਵੇਂ ਤੁਸੀਂ ਕਿਹਾ ਦਰਾਣੀ ਜਠਾਣੀ ਲੜੀਆਂ ਤੇ ਉਹ ਜਿਹੜੇ ਮਾਮਲੇ ਨੇ ਇਹੋ ਜਿਹੇ ਮਹਿਲਾ ਕਮਿਸ਼ਨਾਂ ਤੱਕ ਪਹੁੰਚ ਜਾਂਦੇ ਨੇ, ਹੈ ਨਾ। ਤਾਂ ਮੈਨੂੰ ਲੱਗਦਾ ਅਸੀਂ ਪਤਾ ਨਹੀਂ ਆਪਣੀ ਕਿਹੋ ਜਿਹੀ ਤਹਿਜੀਬ ਲੋਕਾਂ ਨੂੰ ਦਿਖਾ ਰਹੇ ਹਾਂ, ਜਾਂ ਅਸੀਂ ਮਤਲਬ ਇੰਨਾ ਜ਼ਿਆਦਾ ਅਸੀਂ ਮਾਡਰਨ ਲਾਈਫ ਪਤਾ ਨਹੀਂ ਅਸੀਂ ਕਿਹਨੂੰ ਕਹਿ ਰਹੇ ਹਾਂ, ਹੈ ਨਾ। ਵੀ ਸਾਨੂੰ ਲੱਗਦਾ ਵੀ ਹਰੇਕ ਬੰਦੇ ਦੇ ਐਡਵਾਂਸ ਹੋਣ ਦਾ ਮਤਲਬ ਇਹੀ ਆ ਬਸ ਵੀ ਹਾਂ ਮਤਲਬ ਤੁਹਾਡੇ ਕੋਈ ਅਸੂਲ ਹੀ ਨਹੀਂ ਰਹਿ ਗਏ, ਹੈ ਨਾ। ਪਰ ਸਹੀ ਗੱਲ ਆ ਵੀ ਮੈਨੂੰ ਸ਼ਾਇਦ ਮਤਲਬ ਆਪਾਂ ਨੂੰ ਲੋਕ ਵਰਿਆਂ ਤੱਕ ਜੇ ਯਾਦ ਰੱਖਦੇ ਆ, ਨਾ ਤਾਂ ਉਹ ਤੁਹਾਡੇ ਕੱਪੜੇ ਲੀੜਿਆਂ ਤੋਂ ਯਾਦ ਨਾ ਰੱਖਣਗੇ, ਨਾ ਇਸ ਚੀਜ਼ ਤੋਂ ਯਾਦ ਰੱਖਣਗੇ ਵੀ ਤੁਸੀਂ ਕਿਹਦੀ ਔਲਾਦ ਹੋ, ਤੁਹਾਡਾ ਕੀ ਬੈਕਗਰਾਊਂਡ ਆ। ਜੇ ਤੁਹਾਨੂੰ ਯਾਦ ਰੱਖਿਆ ਜਾਊਗਾ ਤਾਂ ਸਿਰਫ ਤੁਹਾਡੇ ਵਰਤਾਓ 'ਤੇ ਯਾਦ ਰੱਖਿਆ ਜਾਊ, ਹੈ ਨਾ। ਮੈਂ ਹਰ ਜਗ੍ਹਾ ਤਖਤੀ ਗਲ 'ਚ ਲਮਕਾ ਕੇ ਤਾਂ ਲਿਜਾ ਨਹੀਂ ਰਹੀ ਵੀ ਮੈਂ ਕਿਹਦੀ ਧੀ ਆ, ਜਾਂ ਮੈਂ ਕਿੰਨਾ ਦੀ ਨੂੰਹ ਆ, ਜਾਂ ਮੈਂ ਕਿੱਥੋਂ ਆਈ ਹਾਂ, ਮੈਂ ਕੀ ਪਾਇਆ, ਮੈਂ ਕੀ ਖਾਇਆ, ਹੈ ਨਾ। ਸਿਰਫ ਜਿਹੜੀ ਚੀਜ਼ ਮੇਰੇ ਨਾਲ ਜਾਊਗੀ ਉਹ ਉਹੀ ਜਾਊਗੀ ਜੋ ਮੇਰੇ ਮੂੰਹ 'ਚੋਂ ਨਿਕਲਣਾ, ਹੈ ਨਾ। ਤੇ ਉਸ ਚੀਜ਼ ਤੇ ਸੱਚੀ ਤੁਹਾਡੇ ਅਸੂਲ ਕਈ ਹਾਲਾਤਾਂ 'ਚ ਬਹੁਤ ਜ਼ਿਆਦਾ ਪੱਕੇ ਹੋਣੇ ਚਾਹੀਦੇ ਨੇ। ਕਈ ਵਾਰ ਲੋਕ ਨਾਰਾਜ਼ ਵੀ ਹੋ ਜਾਂਦੇ ਆ ਵੀ ਇਹ ਬੰਦਾ ਜ਼ਿਆਦਾ ਅਸੂਲੀ ਬਣਦਾ, ਪਰ ਮੈਨੂੰ ਲੱਗਦਾ ਪਿੱਠ ਪਿੱਛੇ ਉਹੀ ਲੋਕ ਤੁਹਾਡੀ ਕਦਰ ਵੀ ਕਰਦੇ ਆ। ਹਾਂ ਤੇ ਨਾਲੇ ਇਹ ਵੀ ਹੁੰਦਾ ਤੁਹਾਨੂੰ ਉਸ ਬੰਦੇ ਤੋਂ ਧੋਖੇ ਦੀ ਉਮੀਦ ਨਹੀਂ ਹੁੰਦੀ ਹੈਗੀ, ਚਾਹੇ ਤੁਹਾਨੂੰ ਉਦਾਂ ਲੱਗੇ ਵੀ ਇਹ ਬਹੁਤ ਖਰਵਾ ਬੰਦਾ ਜਾਂ ਉਦਾਂ। ਤੇ ਕਈ ਇਹੋ ਜਿਹੇ ਵੀ ਹੁੰਦੇ ਆ ਵੀ ਇੱਕਦਮ ਮਤਲਬ ਤੁਹਾਡੇ ਇੰਨੇ ਆਪਣੇ ਹੋ ਜਾਂਦੇ ਆ ਤੇ ਐਡੇ ਐਡੇ ਵਾਅਦੇ ਕਰ ਲੈਣਗੇ ਤੁਹਾਡੇ ਨਾਲ, ਤੇ ਬਾਅਦ ਚੋਂ ਜਦੋਂ ਮੁੱਕਰਦੇ ਤੁਹਾਨੂੰ ਲੱਗਦਾ ਹੁੰਦਾ ਵੀ ਇਹਦੇ ਤੇ ਤਾਂ ਚਾਹ ਦਾ ਕੱਪ ਵੀ ਹਰਾਮ ਹੀ ਕੀਤਾ। ਸੋ ਕਹਿੰਦੇ ਹੁੰਦੇ ਨੇ ਕਿ ਬੰਦਾ ਕੋਠੀਆਂ ਕਾਰਾਂ ਦੇ ਨਾਲ ਜਾਂ ਫਿਰ ਜ਼ਮੀਨਾਂ ਜਾਇਦਾਦਾਂ ਦੇ ਨਾਲ ਨਹੀਂ ਵੱਡਾ ਹੁੰਦਾ। ਮੈਨੂੰ ਪਤਾ ਆਪਾਂ ਕਹਿ ਦਿੰਦੇ ਹੁੰਦੇ ਕਿ ਬਹੁਤ ਪਿਛੜੀ ਹੋਈ ਸੋਚ ਆ, ਮੁੜ ਮੁੜ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਯਾਦ ਕਰਦੇ ਰਹਿੰਦੇ ਆ, ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ ਉਹਨਾਂ ਲੋਕਾਂ 'ਚ ਕੋਈ ਚੰਗੀ ਚੀਜ਼ ਸੀ ਤੇ ਉਸ ਗੱਲ ਕਰਕੇ ਉਹਨਾਂ ਨੂੰ ਅਸੀਂ ਅੱਜ ਤੱਕ ਵੀ ਯਾਦ ਕਰ ਰਹੇ ਹਾਂ ਨਾ,
ਤਾਂ ਸਾਨੂੰ ਉਹ ਵਾਲੀਆਂ ਚੀਜ਼ਾਂ ਜ਼ਰੂਰ ਅਡਾਪਟ ਕਰਨੀਆਂ ਚਾਹੀਦੀਆਂ ਨੇ ਆਪਣੇ ਸੁਭਾਅ ਦੇ ਵਿੱਚ। ਗੱਲ ਉਨੀ ਮੂੰਹੋਂ ਕੱਢੋ ਜਿੰਨੀ ਕੁ ਤੁਸੀਂ ਪੁਗਾ ਸਕਦੇ ਹੋ। ਇਹਦੇ ਨਾਲ ਕੀ ਹੋਊਗਾ, ਇੱਕ ਤਾਂ ਤੁਹਾਡਾ ਰਿਸ਼ਤਾ ਬਣਿਆ ਰਹਿੰਦਾ, ਤੇ ਦੂਸਰਾ ਇਹ ਆ ਕਿ ਜ਼ਿੰਦਗੀ 'ਚ ਤੁਸੀਂ ਕਦੇ ਵੀ ਕਿਸੇ ਦੇ ਨਾਲ ਜਦੋਂ ਵਾਅਦਾ ਕਰਦੇ ਹੋ ਤਾਂ ਬੰਦੇ ਨੂੰ ਇਹ ਨਹੀਂ ਪੁੱਛਣਾ ਪੈਂਦਾ ਵੀ ਪੱਕਾ ਕਰੇਗਾ, ਹਾਂ ਵੀ ਪੱਕਾ ਪੱਕਾ ਨਿਭੋਗੇ ਜਾਂ ਪੱਕਾ ਇਹ ਚੀਜ਼ ਹੋ ਜੂਗੀ ਨਾ। ਬੰਦੇ ਨੂੰ ਪਤਾ ਹੁੰਦਾ ਹੈ ਕਿ ਨਹੀਂ, ਜੇ ਜ਼ੁਬਾਨ ਤੋਂ ਗੱਲ ਉਹਨੇ ਕੱਢੀ ਆ ਤਾਂ ਇਹ ਚੀਜ਼ ਹੋ ਜੂਗੀ ਜ਼ਰੂਰ। ਸੋ ਇਹ ਸਾਡਾ ਅੱਜ ਦਾ ਗੱਲ 'ਤੇ ਗੱਲ ਦਾ ਵਿਸ਼ਾ ਸੀਗਾ। ਤੁਸੀਂ ਇਸ ਬਾਰੇ ਕੀ ਰਾਏ ਰੱਖਦੇ ਹੋ, ਜ਼ਰੂਰ ਆਪਣੇ ਸੁਝਾਅ ਦਿਓ ਸਾਨੂੰ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਅਤੇ ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।